ਸਵਾਗਤ ਹੈ ਜੀ ਤੁਹਾਡਾ ਦਲਜੀਤ ਐਜੂਕੇਸ਼ਨ ਵਰਲਡ ਉੱਤੇ। ਅਤੇ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਕਿ ETT ਦਾ ਜਿਹੜਾ ਲੈਸਨ ਪਲਾਨ ਹੈ, ਪਾਠ ਯੋਜਨਾ ਹੈ, ਉਹ ਕਿਵੇਂ ਬਣਾਈ ਜਾਂਦੀ ਹੈ। ਮੈਂ ਬੇਸ਼ੱਕ ਅੱਜ ਇੱਥੇ ਇੰਗਲਿਸ਼ ਦੀ ਜਿਹੜੀ ਉਦਾਹਰਣ ਲੈ ਕੇ ਨਾਲ ਚੱਲ ਰਿਹਾ ਹੈ, ਬਟ ਅੱਜ ਅਸੀਂ ਓਵਰਆਲ ਗੱਲ ਕਰਾਂਗੇ ਕਿ ਇੱਕ ਲੈਸਨ ਪਲਾਨ ਜਿਹੜਾ ਉਹ ਕਿਵੇਂ ਬਣਾਇਆ ਜਾਂਦਾ ਹੈ। ਅਤੇ ਰਹੀ ਗੱਲ ਇੰਗਲਿਸ਼ ਸਬਜੈਕਟ ਦੀ, ਤਾਂ ਉਹਦਾ ਆਪਾਂ ਇੱਕ ਅਲੱਗ ਤੋਂ ਹੋਰ ਵੀਡੀਓ ਪਾ ਦਾਂਗੇ, ਜਿਹਦੇ 'ਚ ਤੁਹਾਨੂੰ ਬਿਲਕੁਲ ਹੀ ਕਲੀਅਰ ਹੋ ਜਾਏਗਾ ਕਿ ਉਹਦੇ ਅਲੱਗ ਅਲੱਗ ਜਿਹੜੇ ਲੈਸਨ ਪਲਾਨਸ ਨੇ ਉਹ ਕਿਵੇਂ ਬਣਾਏ ਜਾਂਦੇ ਨੇ। ਤਾਂ ਅੱਜ ਅਸੀਂ ਜਨਰਲੀ ਗੱਲ ਕਰਨ ਲੱਗੇ ਹਾਂ ਕਿ ਇੱਕ ਲੈਸਨ ਪਲਾਨ ਕਿਵੇਂ ਬਣਾਇਆ ਜਾਂਦਾ, ਕਿਉਂਕਿ ਤੁਹਾਡੀ ਟੀਚਿੰਗ ਪ੍ਰੈਕਟਿਸ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਅਤੇ ਕਾਫੀ ਬੱਚੇ ਪੁੱਛ ਰਹੇ ਨੇ ਕਿ ਹਾਊ ਟੂ ਪ੍ਰਪੇਅਰ ਲੈਸਨ ਪਲਾਨ। ਸੋ ਦੈਟਸ ਵਾਈ ਆਮ ਹੇਅਰ, ਸੋ ਦੈਟ ਜਿਹੜੇ ਤੁਹਾਡੇ ਡਾਊਟਸ ਨੇ ਲੈਸਨ ਪਲਾਨ ਨੂੰ ਲੈ ਕੇ ਕਲੀਅਰ ਹੋ ਸਕਣ। ਸੋ ਰਾਜੇ, ਸਭ ਤੋਂ ਪਹਿਲਾਂ ਤਾਂ ਜਿਹੜਾ ਲੈਸਨ ਪਲਾਨ ਹੁੰਦਾ ਹੈ, ਇੱਕ ਯੋਜਨਾ ਹੁੰਦੀ ਹੈ, ਜਸਟ ਪਲਾਨਿੰਗ। that's why it's called lesson plan, and that's why we always write it in future tense. ਸੋ ਇੱਕ ਯੋਜਨਾ ਹੈ ਜਿਹੜੀ ਟੀਚਰ ਬਣਾ ਰਿਹਾ ਹੈ ਇੱਕ ਕਲਾਸਰੂਮ ਦੇ ਵਿੱਚ ਜਾਣ ਤੋਂ ਪਹਿਲਾਂ। ਇਸੇ ਕਰਕੇ ਅਸੀਂ ਇਹਨੂੰ ਹਮੇਸ਼ਾ ਹੀ ਫਿਊਚਰ ਟੈਂਸ ਦੇ ਵਿੱਚ ਹੀ ਜਿਹੜਾ ਲਿਖਦੇ ਹਾਂ ਕਿ PT ਆਹ ਕਰੇਗੀ, PT ਇਸ ਤਰ੍ਹਾਂ ਕਰੇਗੀ, PT ਇਸ ਤਰ੍ਹਾਂ ਕਰੇਗੀ, ਹੈ ਨਾ। ਸੋ ਚਲੋ ਫਿਰ ਵਿਦਾਊਟ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਰਾਜੇ, ਜਿਹੜਾ ਤੁਸੀਂ ਲੈਸਨ ਲਿਖਣਾ ਹੈ, ਕੁਝ ਬੱਚੇ ਪੁੱਛ ਰਹੇ ਆ ਜੀ ਟਾਈਮ ਟੇਬਲ ਵਾਲੇ ਕਾਲਮ 'ਚ ਕੀ ਭਰਨਾ ਹੈ, ਅਟੈਂਡੈਂਸ ਵਿੱਚ ਕੀ ਭਰਨਾ ਹੈ, ਜਾਂ ਫਿਰ ਡਿਸਕਸ਼ਨ ਲੈਸਨ ਵਾਲੇ ਕਾਲਮ ਦੇ ਵਿੱਚ ਕੀ ਫਿਲ ਕਰਨਾ ਹੈ। ਤਾਂ ਰਾਜੇ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਹੈ ਕਿ ਫਿਲਹਾਲ ਉਹਨਾਂ ਕਾਲਮਸ ਨੂੰ ਬਿਲਕੁਲ ਖਾਲੀ ਛੱਡ ਦਿਓ। ਫਿਲਹਾਲ ਸਿਰਫ ਤੁਸੀਂ ਲੈਸਨ ਪਲਾਨ ਬਣਾਉਣੇ ਜਿਹੜੇ ਉਹ ਸ਼ੁਰੂ ਕਰੋ। ਤਾਂ 20 ਲੈਸਨ ਜਿਹੜੇ ਤੁਸੀਂ ਇੰਗਲਿਸ਼ ਦੇ ਬਣਾਉਣੇ ਆ, ਬਾਕੀ ਸਬਜੈਕਟਸ ਦਾ ਮੈਨੂੰ ਨਹੀਂ ਪਤਾ ਕਿ ਕਿੰਨੇ ਟੀਚਰਸ ਨੇ ਕਿੰਨੇ ਕਹੇ ਆ। ਤਾਂ ਤੁਸੀਂ ਫਿਲਹਾਲ ਸਿਰਫ ਲੈਸਨ ਪਲਾਨ ਬਣਾਓ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਵਾਂ। ਬਾਕੀ ਚੀਜ਼ਾਂ ਆਪਾਂ ਤੁਹਾਨੂੰ ਬਾਅਦ 'ਚ ਦੱਸਾਂਗੇ ਕਿ ਕਿੱਥੇ ਕੀ ਫਿਲ ਕਰਨਾ ਹੈ ਅਤੇ ਕਿਵੇਂ ਫਿਲ ਕਰਨਾ, ਠੀਕ ਹੈ। ਡੋਂਟ ਵਰੀ, ਕਿਸੇ ਵੀ ਚੀਜ਼ ਦੀ ਟੈਨਸ਼ਨ ਨਾ ਲਓ, ਹਰ ਇੱਕ ਚੀਜ਼ ਤੁਹਾਨੂੰ ਦੱਸੀ ਜਾਏਗੀ। ਸੋ ਰਾਜੇ, ਜਦੋਂ ਲੈਸਨ ਪਲਾਨ ਅਸੀਂ ਸ਼ੁਰੂ ਕਰਨਾ ਹੈ, ਸਭ ਤੋਂ ਪਹਿਲਾਂ ਜਿਹੜੇ ਸਟਾਰਟਿੰਗ ਦੇ ਵਿੱਚ ਉੱਪਰ 6 ਕਾਲਮਸ ਤੁਹਾਨੂੰ ਦਿਸ ਰਹੇ ਨੇ, ਕਿਹੜਾ PT ਰੋਲ ਨੰਬਰ, ਸਬਜੈਕਟ, ਟੋਪਿਕ, ਦੈਨ ਕਲਾਸ, ਟਾਈਮ ਐਂਡ ਡੇਟ। ਇਹ ਤੁਸੀਂ ਐਜ਼ ਇਟ ਇਜ਼ ਇਸੇ ਸੀਕੁਐਂਸ ਦੇ ਵਿੱਚ ਹਰ ਬੱਚੇ ਨੇ ਟੋਪ ਦੇ ਉੱਪਰ ਪਹਿਲਾਂ ਲਿਖਣਾ ਹੈ। ਸਬਜੈਕਟ ਜਿਹੜਾ ਉਹ ਚੇਂਜ ਹੋ ਜਾਏਗਾ। ਜੇਕਰ ਤੁਹਾਡਾ ਵਿਸ਼ਾ ਵਾਤਾਵਰਣ ਹੈ ਤਾਂ ਤੁਸੀਂ ਇੱਥੇ ਵਿਸ਼ਾ ਜਿਹੜਾ ਵਾਤਾਵਰਣ ਸਿੱਖਿਆ ਲਿਖ ਦਿਓਗੇ। ਅਤੇ ਟੋਪਿਕ ਜਿਹੜਾ ਵੀ ਤੁਹਾਡਾ ਮੰਨ ਲਓ ਸੰਜੀਵ ਨਿਰਜੀਵ ਵਸਤੂਆਂ ਤੁਹਾਡਾ ਟੋਪਿਕ ਹੈ ਵਾਤਾਵਰਣ ਦੇ ਵਿੱਚ, ਤਾਂ ਤੁਸੀਂ ਫਿਰ ਟੋਪਿਕ ਦੀ ਜਗ੍ਹਾ ਉਪ ਵਿਸ਼ੇ ਦੀ ਜਗ੍ਹਾ ਲਿਖ ਦੋਗੇ ਸੰਜੀਵ ਅਤੇ ਨਿਰਜੀਵ ਵਸਤੂਆਂ, ਠੀਕ ਹੈ ਰਾਜੇ। ਤਾਂ PT ਰੋਲ ਨੰਬਰ ਯਾਨੀ ਵਿਦਿਆਰਥੀ ਅਧਿਆਪਿਕਾ ਰੋਲ ਨੰਬਰ, ਤੁਹਾਡਾ ਰੋਲ ਨੰਬਰ ਜਿਹੜਾ ਤੁਹਾਡਾ ਕਾਲਜ ਵੱਲੋਂ ਅਲੋਟ ਕੀਤਾ ਗਿਆ ਰੋਲ ਨੰਬਰ ਹੈ। ਅਤੇ ਸਬਜੈਕਟ ਜਿਹੜੇ ਸਬਜੈਕਟ ਦੀ ਤੁਸੀਂ ਲੈਸਨ ਪਲਾਨ ਬਣਾ ਰਹੇ ਹੋ। ਅਤੇ ਥਰਡ ਹੈ ਟੋਪਿਕ, ਜਿਹੜਾ ਟੋਪਿਕ ਤੁਸੀਂ ਅੱਜ ਉਸ ਸਬਜੈਕਟ ਦੇ ਅੰਡਰ ਲੈ ਰਹੇ ਹੋ। ਅਤੇ ਚੱਲਦੇ ਹਾਂ ਰਾਈਟ ਹੈਂਡ ਵੱਲ। ਕਲਾਸ ਦਾ ਮਤਲਬ ਹੈ ਜਿਹੜੀ ਕਲਾਸ ਦੇ ਵਿੱਚੋਂ ਤੁਸੀਂ ਲੈਸਨ ਪਲਾਨ ਲੈ ਰਹੇ ਹੋ, ਬਣਾ ਰਹੇ ਹੋ। ਮੰਨ ਲਓ ਤੁਸੀਂ 3rd ਕਲਾਸ ਦਾ ਜਾਂ 2nd ਕਲਾਸ ਦਾ ਲੈਸਨ ਪਲਾਨ ਬਣਾ ਰਹੇ ਹੋ, ਤਾਂ ਤੁਸੀਂ ਉੱਥੇ 2nd ਜਾਂ ਫਿਰ 3rd ਕਲਾਸ ਮੈਂਸ਼ਨ ਕਰੋਗੇ। ਟਾਈਮ ਤੁਸੀਂ 35 ਮਿੰਟ ਜਾਂ 30 ਮਿੰਟ ਲਿਖ ਸਕਦੇ ਹੋ, 30 ਤੋਂ 35 ਮਿੰਟ ਵੀ ਲਿਖ ਸਕਦੇ ਹੋ, ਕਿਉਂਕਿ ਜਨਰਲੀ ਜਿਹੜਾ ਸਾਡੇ ਸਕੂਲਸ ਵਿੱਚ ਜਿਹੜੇ ਪੀਰੀਅਡਸ ਹੁੰਦੇ ਨੇ ਉਹ 30, 35, 40 ਮਿੰਟ ਦੇ ਹੀ ਹੁੰਦੇ ਆ। ਅਤੇ ਡੇਟ ਤੁਸੀਂ ਫਿਲਹਾਲ ਖਾਲੀ ਛੱਡ ਦੇਣੀਆਂ ਨੇ। ਤਾਂ ਤੁਸੀਂ ਇੱਕ ਵਾਰ ਤੁਹਾਨੂੰ ਇਹਦੇ ਬਾਰੇ ਵੀ ਦੱਸ ਦਾਂਗੇ। ਵੈਸੇ ਤੁਸੀਂ ਆਪਣੀਆਂ TP ਵਾਲੀਆਂ ਡੇਟਸ ਹੀ ਲਿਖਣੀਆਂ ਨੇ। ਜਿਹੜੇ ਟਾਈਮ ਪੀਰੀਅਡ ਦੇ ਵਿੱਚ ਤੁਹਾਡੀ ਟੀਚਿੰਗ ਪ੍ਰੈਕਟਿਸ ਚੱਲ ਰਹੀ ਹੈ, ਇਹਨਾਂ ਵਿੱਚੋਂ ਹੀ ਤੁਸੀਂ ਕੋਈ ਡੇਟਸ ਮੈਨਸ਼ਨ ਕਰ ਸਕਦੇ ਹੋ। ਸੋ ਇਸ ਰਾਜੇ ਪਹਿਲੇ 6 ਕਾਲਮਸ ਬਾਰੇ ਉਮੀਦ ਹੈ ਕਿ ਤੁਹਾਨੂੰ ਇਹ 6 ਦੇ 6 ਕਾਲਮ ਜਿਹੜੇ ਉਹ ਕਲੀਅਰ ਹੋ ਗਏ ਹੋਣਗੇ। ਹੁਣ ਚੱਲਦੇ ਹਾਂ ਅੱਗੇ। ਜਿਹੜਾ ਲੈਸਨ ਪਲਾਨ ਦਾ ਸਭ ਤੋਂ ਪਹਿਲਾ ਪੁਆਇੰਟ ਹੁੰਦਾ ਹੈ ਉਹ ਹੁੰਦਾ ਹੈ ਰਾਜੇ ਜਰਨਲ ਏਡਸ। ਤੁਸੀਂ ਇਸੇ ਤਰ੍ਹਾਂ ਹੀ ਪਾਰਟੀਸ਼ਨ ਕਰਕੇ ਬਣਾ ਲਿਓ ਤਾਂ ਜ਼ਿਆਦਾ ਵਧੀਆ ਬਣਦਾ ਵਾ। ਜਰਨਲ ਏਡਸ ਦਾ ਮਤਲਬ ਹੁੰਦਾ ਹੈ ਰਾਜੇ ਉਹ ਏਡਸ, ਉਹ ਸਮਾਨ ਜਿਹੜਾ ਇੱਕ ਟੀਚਰ ਨੂੰ ਚਾਹੀਦਾ ਹੀ ਹੁੰਦਾ ਇੱਕ ਕਲਾਸ ਦੇ ਵਿੱਚ, ਚਾਹੇ ਉਹ ਸਾਇੰਸ ਟੀਚਰ ਹੈ, ਚਾਹੇ ਉਹ ਮੈਥਸ ਟੀਚਰ ਹੈ, ਚਾਹੇ ਉਹ ਇੰਗਲਿਸ਼ ਟੀਚਰ ਹੈ। ਇਹ ਉਹ ਇਕੁਇਪਮੈਂਟ ਹੈ ਜਿਹੜਾ ਇੱਕ ਕਲਾਸਰੂਮ ਦੇ ਵਿੱਚ ਹੁੰਦਾ। ਮਤਲਬ ਵੀ ਕੈਨ ਸੇ ਦੈਟ ਥੀਸ ਆਰ ਦਾ ਬੇਸਿਕ ਨੀਡ ਆਫ ਅ ਕਲਾਸਰੂਮ।
ਤਾਂ ਤੁਸੀਂ ਇੱਥੇ ਅਸੀਂ ਕੀ ਲਿਖਣਾ ਹੁੰਦਾ ਹੈ, ਅੰਗਰੇਜ਼ੀ ਦੇ ਵਿੱਚ ਅਸੀਂ ਲਿਖਦੇ ਹਾਂ ਅ ਵੈਲ ਇਕੁਇਪਡ ਕਲਾਸਰੂਮ, ਬਲੈਕਬੋਰਡ, ਚੌਕ, ਡਸਟਰ, ਪੁਆਇੰਟਰ ਐਟਸੈਟਰਾ। ਇਸ ਲਈ ਵੀ ਕੋਈ ਹੋਰ ਵੀ ਇੱਕ ਅੱਧੀ ਚੀਜ਼ ਹੋ ਸਕਦੀ ਹੈ। ਅਤੇ ਪੰਜਾਬੀ ਦੇ ਵਿੱਚ ਅਸੀਂ ਕੀ ਲਿਖਾਂਗੇ, ਯਾਨੀ ਸਧਾਰਨ ਸਮੱਗਰੀ ਦੇ ਵਿੱਚ ਹੈਡਿੰਗ ਦੇ ਕੇ ਜਨਰਲ ਏਡਸ ਦੀ ਜਗ੍ਹਾ ਸਧਾਰਨ ਸਮੱਗਰੀ, ਅਤੇ ਲਿਖਾਂਗੇ ਅਸੀਂ ਉਹੀ ਚੀਜ਼ਾਂ ਪੰਜਾਬੀ 'ਚ ਲਿਖ ਦਾਂਗੇ ਕਿ ਚੌਕ, ਡਸਟਰ, ਠੀਕ ਹੈ, ਬਲੈਕਬੋਰਡ, ਫਿਰ ਸੰਕੇਤਕ, ਝਾੜਨ ਜਾਂ ਡਸਟਰ ਐਟਸੈਟਰਾ। ਸੋ ਇਹ ਸੀ ਫਸਟ ਕਾਲਮ ਰਾਜੇ ਜਨਰਲ ਏਡ। ਇਹ ਉਹ ਇਕੁਇਪਮੈਂਟ, ਉਹ ਸਮਾਨ ਹੁੰਦਾ ਹੈ ਜਿਹੜਾ ਇੱਕ ਕਲਾਸਰੂਮ ਦੀ ਜ਼ਰੂਰਤ ਹੈ ਔਰ ਇੱਕ ਹਰ ਕਲਾਸਰੂਮ ਦੇ ਵਿੱਚ ਹੁੰਦਾ ਹੀ ਹੈ। ਦੂਜਾ ਪੁਆਇੰਟ ਹੈ ਸਪੈਸੀਫਿਕ ਏਡਸ, ਯਾਨੀ ਵਿਸ਼ੇਸ਼ ਸਮੱਗਰੀ ਜਿਹੜੀ ਹੈ, ਜਿਹੜੀ ਖਾਸ ਸਮੱਗਰੀ ਹੈ। ਇਹ ਸਪੈਸੀਫਿਕ ਇਸ ਲਈ ਹੈ ਕਿਉਂਕਿ ਇਹ ਅੱਜ ਦੇ ਟੋਪਿਕ ਨਾਲ ਰਿਲੇਟਡ ਹੈ, ਸਿਰਫ ਅੱਜ ਲਈ ਹੀ ਚਾਹੀਦੀ ਹੈ। ਦੈਟਸ ਵਾਈ ਇਟ ਇਜ਼ ਕਾਲਡ ਸਪੈਸੀਫਿਕ ਏਡਸ। ਕਿਉਂਕਿ ਜਨਰਲ ਏਡਸ ਤਾਂ ਉਹ ਆ ਨਾ ਜਿਹੜੇ ਹਰ ਰੋਜ਼ ਚਾਹੀਦੇ ਆ ਔਰ ਹਰ ਇੱਕ ਕਲਾਸਰੂਮ ਦੇ ਵਿੱਚ ਹੋਣੇ ਹੀ ਚਾਹੀਦੇ ਨੇ। ਬਟ ਜਿਹੜਾ ਸਪੈਸੀਫਿਕ ਏਡ ਹੈ ਇਹ ਹਰ ਰੋਜ਼ ਬਦਲੇਗਾ। ਜਦੋਂ ਤੁਸੀਂ ਪੜ੍ਹਾਉਣ ਜਾ ਰਹੇ ਹੋ, ਤੁਸੀਂ ਕੋਈ ਚਾਰਟ ਲੈ ਕੇ ਜਾ ਰਹੇ ਹੋ, ਕੋਈ ਮਾਡਲ ਲੈ ਕੇ ਜਾ ਰਹੇ ਹੋ ਕਲਾਸਰੂਮ ਦੇ ਵਿੱਚ, ਜਾਂ ਫਿਰ ਤੁਸੀਂ ਕੋਈ ਪਿਕਚਰਸ ਲੈ ਕੇ ਜਾ ਰਹੇ ਹੋ, ਕੁਛ ਰੀਅਲ ਓਬਜੈਕਟਸ ਲੈ ਕੇ ਜਾ ਰਹੇ ਹੋ, ਤਾਂ ਇਹ ਸਾਰੇ ਹੀ ਤੁਹਾਡੇ ਸਪੈਸੀਫਿਕ ਏਡਸ ਹੋਣਗੇ। ਤੁਸੀਂ ਮਿੱਟੀ ਬਾਰੇ ਪੜ੍ਹਾਉਣ ਜਾ ਰਹੇ ਹੋ, ਮਿੱਟੀ ਦੀਆਂ ਕਿਸਮਾਂ ਬਾਰੇ, ਤੁਸੀਂ ਅਲੱਗ ਅਲੱਗ ਮਿੱਟੀਆਂ ਜਿਹੜੀਆਂ ਲਿਜਾ ਸਕਦੇ ਹੋ ਪੋਲੀਥੀਨ ਦੇ ਵਿੱਚ ਪਾ ਕੇ, ਉਹ ਕੀ ਹੋਣਗੇ ਫਿਰ ਰੀਅਲ ਓਬਜੈਕਟਸ। ਸੋ ਆਲ ਦੀਸ ਕੈਨ ਬੀ ਦ ਸਪੈਸੀਫਿਕ ਏਡਸ। ਕਿਹੜੇ ਇੱਕ ਤਾਂ ਤੁਹਾਡਾ ਚਾਰਟ ਹੋ ਗਿਆ, ਤੁਹਾਡਾ ਮਾਡਲ ਹੋ ਗਿਆ, ਤੁਹਾਡਾ ਪਿਕਚਰਸ ਹੋ ਗਈਆਂ, ਰੀਅਲ ਓਬਜੈਕਟਸ ਹੋ ਗਏ, ਈਵਨ ਫਲੈਸ਼ ਕਾਰਡਸ ਹੋ ਗਏ। ਮਤਲਬ ਕੋਈ ਵੀ ਤੁਹਾਡਾ ਜਿਹੜਾ ਟੀਚਿੰਗ ਏਡ ਤੁਸੀਂ ਲੈ ਕੇ ਜਾ ਰਹੇ ਹੋ ਉਹੀ ਤੁਹਾਡਾ ਸਪੈਸੀਫਿਕ ਏਡ ਹੈ, ਅਤੇ ਪੰਜਾਬੀ 'ਚ ਅਸੀਂ ਇਹਨੂੰ ਕਹਿੰਦੇ ਹਾਂ ਵਿਸ਼ੇਸ਼ ਸਮੱਗਰੀ। ਤਾਂ ਚੱਲਦੇ ਹਾਂ ਰਾਜੇ ਤੀਜੇ ਪੁਆਇੰਟ ਵੱਲ। ਉਸ ਤੋਂ ਬਾਅਦ ਅਸੀਂ ਲਿਖਦੇ ਹਾਂ ਜਨਰਲ ਏਮਸ, ਕਿ ਸਧਾਰਨ ਉਦੇਸ਼। ਪੰਜਾਬੀ 'ਚ ਅਸੀਂ ਇਹਨਾਂ ਨੂੰ ਕੀ ਕਹਿੰਦੇ ਹਾਂ, ਸਧਾਰਨ ਉਦੇਸ਼। ਇਹ ਉਹ ਉਦੇਸ਼ ਹੁੰਦੇ ਰਾਜੇ ਜਿਹੜੇ ਉਸ ਸਬਜੈਕਟ ਦੇ ਟੀਚਰ ਦੇ ਮਾਇੰਡ ਦੇ ਵਿੱਚ ਹੁੰਦੇ ਨੇ। ਜੇਕਰ ਤੁਸੀਂ ਸਾਇੰਸ ਟੀਚਰ ਹੋ ਤਾਂ ਇੱਕ ਸਾਇੰਸ ਦੇ ਕੁਛ ਇਹੋ ਜਿਹੇ ਏਮਸ ਨੇ ਜਿਹੜੇ ਇੱਕ ਟੀਚਰ ਦੇ ਮਾਇੰਡ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਆ। ਉਹਦਾ ਅੱਜ ਦੇ ਟੋਪਿਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਜਿਸ ਤਰ੍ਹਾਂ ਸਧਾਰਨ ਸਮੱਗਰੀ ਦਾ ਅੱਜ ਦੇ ਟੋਪਿਕ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉਸੇ ਤਰ੍ਹਾਂ ਸਧਾਰਨ ਉਦੇਸ਼ ਦਾ ਫਿਰ ਅੱਜ ਦੇ ਟੋਪਿਕ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਜਿਹੜੀ ਸਧਾਰਨ ਸਮੱਗਰੀ ਹੈ ਉਹਦਾ ਮਤਲਬ ਹੁੰਦਾ ਹੈ, ਸਧਾਰਨ ਉਦੇਸ਼ ਹੈ ਉਹਦਾ ਮਤਲਬ ਹੁੰਦਾ ਹੈ ਕੁਝ ਉਦੇਸ਼ ਜਿਹੜੇ ਟੀਚਰ ਦੇ ਮਾਇੰਡ ਦੇ ਵਿੱਚ ਚੱਲਦੇ ਨੇ। ਸਾਇੰਸ ਟੀਚਰ ਹੈ ਤਾਂ ਉਹਦੇ ਕੁਛ ਅਲੱਗ ਉਦੇਸ਼ ਚੱਲ ਰਹੇ ਹੋਣਗੇ, ਜੇਕਰ ਇੱਕ ਇੰਗਲਿਸ਼ ਟੀਚਰ ਹੈ ਤਾਂ ਉਹਦੇ ਅਲੱਗ ਉਦੇਸ਼ ਮਾਇੰਡ ਦੇ ਵਿੱਚ ਚੱਲ ਰਹੇ ਹੋਣਗੇ। ਜਿਸ ਤਰ੍ਹਾਂ ਸਾਡਾ ਟੋਪਿਕ ਅਸੀਂ ਇਹਦੇ 'ਚ ਲਾਏ ਮੰਥਸ ਨੇ, ਅਤੇ ਤੁਸੀਂ ਦੇਖੋ ਜਨਰਲ ਏਮਸ ਦਾ ਮੰਥਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਫਸਟ ਹੈ ਟੂ ਇਨਕਰੀਜ਼ ਦੇਅਰ ਨੌਲੇਜ ਦੀ ਬਜਾਏ ਇੱਥੇ ਹੋਣਾ ਚਾਹੀਦਾ ਸੀ ਟੂ ਇਨਕਰੀਜ਼ ਦ ਨੌਲੇਜ ਆਫ ਸਟੂਡੈਂਟਸ, ਕਿਉਂਕਿ ਦੇਅਰ ਕੀ ਹੈ, ਇੱਕ ਪ੍ਰੋਨਾਊਨ ਹੈ ਜਿਹੜਾ ਅਸੀਂ ਫਿਰ ਯੂਜ਼ ਕਰ ਸਕਦੇ ਹਾਂ ਜੇਕਰ ਅਸੀਂ ਪਹਿਲਾਂ ਨਾਊਨ ਯੂਜ਼ ਕੀਤਾ ਹੋਇਆ ਹੈ। ਸੋ ਇੱਥੇ ਆਉਣਾ ਚਾਹੀਦਾ ਸੀ ਟੂ ਇੰਪਰੂਵ to increase students knowledge, to add few more words in their vocabulary। ਇੱਥੇ ਤੁਸੀਂ ਦੇਅਰ ਕਹਿ ਸਕਦੇ ਹੋ ਬਿਕਾਜ਼ ਤੁਸੀਂ ਉੱਪਰਲੀ ਲਾਈਨ ਦੇ ਵਿੱਚ ਸਟੂਡੈਂਟ ਵਰਡ ਯੂਜ਼ ਕਰ ਲਿਆ ਹੈ। ਸੋ ਟੂ ਐਡ few more words to their vocabulary, to improve their handwriting। ਠੀਕ ਹੈ, ਹੋਰ ਵੀ ਤੁਸੀਂ ਕੀ ਲਿਖ ਸਕਦੇ ਹੋ, ਟੂ ਜੋ ਮਰਜ਼ੀ ਜਿਵੇਂ ਕਹਿ ਸਕਦੇ ਟੂ ਇੰਪਰੂਵ ਦੇਅਰ ਸਪੀਕਿੰਗ ਸਕਿੱਲਸ, ਟੂ ਮੇਕ ਦੈਮ enable to be master in all the 4 basic skills like reading, writing, listening and speaking। ਤੁਸੀਂ ਇਹੋ ਜਿਹੀਆਂ ਕੁਛ ਜਿਹੜੀਆਂ ਰਿਪੀਟ ਕਰ ਕਰਕੇ ਜਿਹੜੀਆਂ ਲਾਈਨਸ ਲਿਖ ਸਕਦੇ ਹੋ। ਹੋਰ ਕਿਹੜੀ ਲਾਈਨ ਲਿਖ ਸਕਦੇ ਹੋ, ਜਿਹੜੀਆਂ ਲਾਈਨਸ ਮੈਂ ਬੋਲ ਰਿਹਾ ਉਹ ਤੁਸੀਂ ਨੋਟ ਕਰ ਲਓ, ਤੁਸੀਂ ਰਿਪੀਟ ਕਰ ਕਰਕੇ ਲਿਖ ਸਕਦੇ ਹੋ। ਟੂ ਡਿਵੈਲਪ ਸਟੂਡੈਂਟਸ ਇੰਟਰਸਟ ਇਨ ਇੰਗਲਿਸ਼ ਸਬਜੈਕਟ, ਇਹ ਕਹਿ ਸਕਦੇ ਹੋ ਤੁਸੀਂ। ਟੂ tell the students about the importance of English language, to enable the students
ਟੂ ਯੂਜ਼ ਇੰਗਲਿਸ਼ ਇਨ ਦੇਅਰ ਡੇਲੀ ਲਾਈਫ, ਕਿ ਇੰਗਲਿਸ਼ ਬੱਚਾ ਜਿਹੜਾ ਸਿੱਖ ਰਿਹਾ ਉਹਨੂੰ ਆਪਣੀ ਲਾਈਫ ਦੇ ਵਿੱਚ ਯੂਜ਼ ਕਿਵੇਂ ਕਰਨਾ ਹੈ। ਅਸੀਂ ਸੈਂਟੈਂਸ ਸਿੱਖ ਲਏ, ਕੋਈ ਗ੍ਰਾਮੈਟੀਕਲ ਆਈਟਮ ਸਿੱਖ ਲਈ, ਅਸੀਂ ਉਹਨੂੰ ਸਿਰਫ ਇੱਕ ਕਿਤਾਬ ਅਤੇ ਕਾਪੀ ਦੀ ਚੀਜ਼ ਸਮਝ ਕੇ ਜਿਹੜੇ ਬੱਚੇ ਆ ਉਹ ਸਕੂਲ ਤੱਕ ਹੀ ਸੀਮਤ ਰੱਖਦੇ ਆ ਅਤੇ ਛੱਡ ਦਿੰਦੇ ਆ ਕਿ ਆਹ ਚੀਜ਼ ਮੈਨੂੰ ਟੀਚਰ ਨੇ ਲਰਨ ਕਰਨ ਨੂੰ ਕਹੀ ਸੀ, ਰੱਟੇ ਮਾਰੇ, ਉਹਨੂੰ ਲਿਖ ਲਿਆ, ਗੱਲ ਖਤਮ। ਤਾਂ ਮਤਲਬ ਟੀਚਰ ਦਾ ਪਰਪਸ ਕੀ ਹੈ ਕਿ ਜੋ ਚੀਜ਼ਾਂ ਉਹ ਸਿੱਖ ਰਿਹਾ ਹੈ ਉਹ ਉਹਨਾਂ ਨੂੰ ਆਪਣੀ ਡੇਲੀ ਲਾਈਫ ਦੇ ਵਿੱਚ ਜਾ ਕੇ ਯੂਜ਼ ਵੀ ਕਰੇ। ਅਤੇ ਇਹ ਲਾਈਨ ਵੀ ਤੁਸੀਂ ਲਿਖ ਸਕਦੇ ਹੋ, ਟੂ ਇਨੇਬਲ ਦਾ ਸਟੂਡੈਂਟਸ ਟੂ ਯੂਜ਼ ਕਰੈਕਟ ਇੰਗਲਿਸ਼ ਇਨ ਦੇਅਰ ਡੇਲੀ ਲਾਈਫ, ਹੈ ਨਾ। ਜਾਂ ਤੁਸੀਂ ਇਹ ਕਹਿ ਸਕਦੇ ਹੋ ਟੂ ਇਨੇਬਲ ਦੈਮ ਟੂ ਯੂਜ਼ ਕਰੈਕਟ ਇੰਗਲਿਸ਼, ਉਹਨਾਂ ਨੂੰ ਸਹੀ ਇੰਗਲਿਸ਼ ਯੂਜ਼ ਕਰਨਾ ਜਿਹੜਾ ਸਿਖਾਉਣਾ। ਇਹ ਕਿਹੜੇ ਜਨਰਲ ਏਮਸ ਨੇ? ਇੰਗਲਿਸ਼ ਦੇ ਟੀਚਰ ਦੇ। ਇੱਕ ਸਾਇੰਸ ਟੀਚਰ ਜਿਹੜਾ ਇਹ ਕਹਿ ਸਕਦਾ ਕਿ ਬੱਚਿਆਂ 'ਚ ਸਾਇੰਟੀਫਿਕ ਐਟੀਟਿਊਡ ਜਿਹੜਾ ਡਿਵੈਲਪ ਕਰਨਾ, ਬੱਚਿਆਂ ਨੂੰ ਸਾਇੰਸ ਦੇ ਮਹੱਤਵ ਬਾਰੇ ਦੱਸਣਾ, ਬੱਚਿਆਂ ਨੂੰ ਸਾਇੰਸ ਦਾ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੀ ਪ੍ਰਭਾਵ ਹੈ ਉਹਦੇ ਬਾਰੇ ਦੱਸਣਾ, ਜਾਂ ਸਾਇੰਸ ਦਾ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੀ ਯੂਜ਼ ਹੈ ਇਹ ਦੱਸਣਾ। ਅਸੀਂ ਬਹੁਤ ਸਾਰੀਆਂ ਚੀਜ਼ਾਂ ਡੇਲੀ ਘਰ ਯੂਜ਼ ਕਰਦੇ ਹਾਂ ਜਿਹਦੇ ਵਿੱਚੋਂ ਸਾਇੰਸ ਜਿਹੜੀ ਹੈ ਡਾਇਰੈਕਟਲੀ ਔਰ ਇਨਡਾਇਰੈਕਟਲੀ ਝਲਕਦੀ ਹੈ। ਸੋ ਇਸ ਤਰੀਕੇ ਦੇ ਨਾਲ ਹਰ ਸਬਜੈਕਟ ਟੀਚਰ ਦੇ ਹਿਸਾਬ ਨਾਲ ਤੁਸੀਂ ਇਹ ਜਿਹੜੇ ਜਨਰਲ ਏਮਸ ਲਿਖਣੇ ਨੇ, ਬਟ ਧਿਆਨ ਰਹੇ ਕਿ ਤੁਸੀਂ ਹਰ ਲੈਸਨ 'ਚ ਰਿਪੀਟ ਕਰ ਸਕਦੇ ਹੋ। ਇਹਨਾਂ ਦਾ ਟੋਪਿਕ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੋ ਸਕਦਾ। ਜਿਵੇਂ ਤੁਸੀਂ ਕਹਿੰਦੇ ਹੋ ਕਿ ਇੰਗਲਿਸ਼ ਦੇ ਵਿੱਚ ਜੇ ਗੱਲ ਕਰੀਏ, ਜੇਕਰ ਅਸੀਂ ਗੱਲ ਕਰੀਏ ਕਿ ਬੱਚਿਆਂ ਦੀ ਵੋਕੈਬਲਰੀ ਇੰਪਰੂਵ ਕਰਨਾ, ਦੇਖੋ ਇੱਕ ਟੀਚਰ ਦੇ ਮਾਇੰਡ 'ਚ ਆ ਕਿ ਬੱਚਿਆਂ ਦੀ ਵੋਕੈਬਲਰੀ ਵਧੀਆ ਹੋ ਜੇ, ਬੱਚਿਆਂ ਦੀ ਹੈਂਡ ਰਾਈਟਿੰਗ ਵਧੀਆ ਹੋ ਜੇ, ਬੱਚਿਆਂ ਦੀ ਸਪੀਕਿੰਗ ਅੱਛੀ ਹੋ ਜੇ, ਬੱਚਿਆਂ ਨੂੰ ਸੈਂਟੈਂਸਿਸ ਨੂੰ ਆਪਣੀ ਰੂਟੀਨ ਲਾਈਫ ਦੇ ਵਿੱਚ ਯੂਜ਼ ਕਰਨਾ ਆ ਜੇ। ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਇੱਕ ਇਮਾਨਦਾਰ ਇੰਗਲਿਸ਼ ਟੀਚਰ ਦੇ ਮਾਇੰਡ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਅਤੇ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ। ਅੱਜ ਉਹਨੇ ਕੀ ਪੜ੍ਹਾਉਣਾ ਹੈ ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸੋ ਇਟ ਇਜ਼ ਕਾਲਡ ਜਨਰਲ ਏਮਸ, ਅਤੇ ਪੰਜਾਬੀ ਦੇ ਵਿੱਚ ਸਧਾਰਨ ਉਦੇਸ਼। ਸਮਾਜਿਕ ਸਿੱਖਿਆ ਦਾ ਟੀਚਰ ਕੀ ਏਮਸ ਲੈ ਕੇ ਚੱਲੂਗਾ? ਮੈਂ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ ਕਿ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨਾ। ਇਹ ਕਾਮਨ ਨੇ, ਸਾਰਿਆਂ ਦੇ ਯੂਜ਼ ਕਰ ਸਕਦੇ ਹੋ। ਇਕੱਲੀ ਅਸੀਂ ਸਮਾਜਿਕ ਸਿੱਖਿਆ ਦੇ ਨਾਲ ਟੱਚ ਕਰਕੇ ਦੇਖੀਏ ਤਾਂ ਕਿਹੜੀਆਂ ਲਾਈਨਸ ਤੁਸੀਂ ਲਿਖ ਸਕਦੇ ਹੋ ਕਿ ਬੱਚਿਆਂ ਨੂੰ ਸਮਾਜ ਵਿੱਚ ਵਿਚਰਨਾ ਸਿਖਾਉਣਾ, ਬੱਚਿਆਂ ਨੂੰ ਸਮਾਜਿਕ ਪ੍ਰਣਾਲੀ ਤੋਂ ਜਾਣੂ ਕਰਾਉਣਾ, ਠੀਕ ਹੈ, ਬੱਚਿਆਂ ਨੂੰ ਵਧੀਆ ਨਾਗਰਿਕ ਬਣਾਉਣਾ। ਇਹ ਕੁਛ ਲਾਈਨਸ ਨੇ ਜਿਹੜੀਆਂ ਕਿ SST ਟੀਚਰ ਦੇ ਮਾਇੰਡਸ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਠੀਕ ਹੈ ਰਾਜੇ। ਤਾਂ ਜਨਰਲ ਏਮ ਤੋਂ ਬਾਅਦ ਗੱਲ ਕਰਦੇ ਹਾਂ ਸਪੈਸੀਫਿਕ ਏਮ, ਖਾਸ ਉਦੇਸ਼। ਅੱਜ ਦਾ ਉਦੇਸ਼ ਕੀ ਹੈ? ਖਾਸ ਉਦੇਸ਼ ਫਿਰ ਉਹੀ ਹੈ ਵੀ ਆਪਣੇ ਅੱਜ ਦੇ ਟੋਪਿਕ ਨਾਲ ਹੁੰਦਾ, ਜਿਵੇਂ ਸਪੈਸੀਫਿਕ ਏਡ ਵੀ ਅੱਜ ਦੇ ਟੋਪਿਕ ਨਾਲ ਰਿਲੇਟਡ ਸੀ, ਅਤੇ ਸਪੈਸੀਫਿਕ ਏਮ ਹੈ ਜਿਹੜਾ ਉਹ ਵੀ ਸਾਡਾ ਅੱਜ ਦੇ ਟੋਪਿਕ ਦੇ ਨਾਲ ਰਿਲੇਟਡ ਹੁੰਦਾ ਹੈ ਕਿ ਟੂ ਟੈਲ ਦੈਮ ਅਬਾਊਟ ਆਲ ਦਾ ਮੰਥਸ ਨੇਮ ਆਫ ਈਅਰ। ਤਾਂ ਮਤਲਬ ਬੱਚਿਆਂ ਨੂੰ ਮੰਥਸ ਨੇਮ ਤੋਂ ਜਾਣੂ ਕਰਾਉਣਾ। ਤੁਸੀਂ ਇੱਥੇ ਇੱਕ ਲਾਈਨ ਹੋਰ ਵੀ ਐਡ ਕਰ ਸਕਦੇ ਹੋ। ਸੈਕਿੰਡ ਲਾਈਨ 'ਚ ਤੁਸੀਂ ਲਿਖ ਸਕਦੇ ਸਟੂਡੈਂਟਸ ਵਿਲ ਬੀ ਏਬਲ ਟੂ ਟੈਲ ਦਾ ਨੇਮ ਆਫ ਆਲ ਦਾ 12 ਮੰਥਸ। ਬੱਚੇ 12 ਮਹੀਨਿਆਂ ਦੇ ਨਾਮ ਦੱਸਣ ਦੇ ਯੋਗ ਹੋ ਜਾਣਗੇ। ਇਹ ਸਾਡੀ ਪਲਾਨਿੰਗ ਹੈ ਕਿ ਜੇ ਅਸੀਂ ਬੱਚਿਆਂ ਨੂੰ 12 ਮਹੀਨਿਆਂ ਦੇ ਨਾਮ ਸਿਖਾਵਾਂਗੇ ਤਾਂ ਬੱਚੇ ਸਿੱਖ ਵੀ ਜਾਣਗੇ, ਠੀਕ ਹੈ। ਸੋ ਮਤਲਬ ਕੀ ਹੈ ਕਿ ਜੇ ਤੁਸੀਂ ਕਹਿੰਦੇ ਕਿ ਬੱਚਿਆਂ ਨੂੰ 12 ਮਹੀਨਿਆਂ ਦੇ ਨਾਮ ਬਾਰੇ ਦੱਸਣਾ, ਨਾਮ ਤੋਂ ਜਾਣੂ ਕਰਾਉਣਾ, ਪੰਜਾਬੀ 'ਚ ਅਸੀਂ ਕੀ ਕਹਾਂਗੇ ਕਿ ਵਿਦਿਆਰਥੀਆਂ ਨੂੰ ਸਾਲ ਦੇ 12 ਮਹੀਨਿਆਂ ਤੋਂ ਜਾਣੂ ਕਰਾਉਣਾ। ਅਤੇ ਦੂਜੀ ਲਾਈਨ ਜਿਹੜੀ ਮੈਂ ਕਹੀ ਸੀ ਕਿ ਦੇ ਵਿਲ ਬੀ ਏਬਲ ਟੂ ਟੈਲ ਦ ਨੇਮਸ ਆਫ ਆਲ ਦ 12 ਮੰਥਸ ਆਫ ਆ ਈਅਰ। ਮਤਲਬ ਬੱਚੇ ਜਿਹੜੇ ਇੱਕ ਸਾਲ ਦੇ ਮਹੀਨਿਆਂ ਦੇ ਨਾਮ ਦੱਸਣ ਦੇ ਯੋਗ ਹੋ ਜਾਣਗੇ। ਪੰਜਾਬੀ ਦੇ ਵਿੱਚ ਤੁਸੀਂ ਐਵੇਂ ਕਹਿ ਸਕਦੇ ਹੋ। ਇਹ ਤੁਸੀਂ 2 ਲਾਈਨਾਂ ਦਾ ਲਿਖ ਸਕਦੇ ਹੋ ਜਿਹੜਾ ਸਪੈਸੀਫਿਕ ਏਮ ਹੈ, ਠੀਕ ਹੈ ਰਾਜੇ। ਇਹ ਹੁੰਦਾ ਹੈ ਉੱਪਰ ਤਾਂ ਸਾਡੇ ਜਿਹੜੇ ਏਮ ਸੀ ਕਿ ਬੱਚਿਆਂ ਨੂੰ ਆਹ ਦੱਸਣਾ, ਬੱਚਿਆਂ ਨੂੰ ਵਧੀਆ ਨਾਗਰਿਕ ਬਣਾਉਣਾ, ਬੱਚਿਆਂ ਦੀ ਵੋਕੈਬਲਰੀ ਇੰਪਰੂਵ ਕਰਨਾ, ਜਿਹੜੀਆਂ ਮੈਂ ਹੁਣੇ ਤੁਹਾਨੂੰ ਕੁਝ ਐਗਜ਼ਾਮਪਲਸ ਦਿੱਤੀਆਂ ਸੀ। ਅਤੇ ਜਿਹੜਾ ਸਪੈਸੀਫਿਕ ਏਮ ਹੈ ਫਿਰ ਅੱਜ ਦੇ ਟੋਪਿਕ ਦੇ ਨਾਲ, ਜੇਕਰ ਤੁਹਾਡਾ ਟੋਪਿਕ ਹੈ ਮਿੱਟੀ ਦੀਆਂ ਕਿਸਮਾਂ, ਤਾਂ ਬੱਚਿਆਂ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਬਾਰੇ ਪੜ੍ਹਾਉਣਾ। ਬੱਚੇ ਮਿੱਟੀਆਂ ਦੀ ਪਰਖ ਕਰਨ ਦੇ ਯੋਗ ਹੋ ਜਾਣਗੇ,
ਠੀਕ ਹੈ, 2 ਲਾਈਨਸ ਤੁਸੀਂ ਲਿਖ ਸਕਦੇ ਹੋ। ਅਤੇ ਉਸ ਤੋਂ ਬਾਅਦ ਹੈ ਪੀਕੇ ਟੈਸਟਿੰਗ, ਜਿਹਨੂੰ ਅਸੀਂ ਪ੍ਰੀਵੀਅਸ ਨੌਲੇਜ ਟੈਸਟਿੰਗ ਕਹਿੰਦੇ ਹਾਂ, ਅਤੇ ਪੰਜਾਬੀ 'ਚ ਅਸੀਂ ਇਹਨੂੰ ਕਹਿੰਦੇ ਹਾਂ ਪੂਰਵ ਗਿਆਨ ਦੀ ਪਰਖ। ਪੂਰਵ ਗਿਆਨ ਯਾਨੀ ਪਹਿਲਾਂ ਤੋਂ ਬੱਚੇ ਨੂੰ ਕਿੰਨਾ ਕੁ ਗਿਆਨ ਹੈ ਉਸ ਪਰਟੀਕੂਲਰ ਟੋਪਿਕ ਬਾਰੇ, ਜਿਹੜੀ ਚੀਜ਼ ਅੱਜ ਅਸੀਂ ਪੜ੍ਹਾਉਣ ਜਾ ਰਹੇ ਹਾਂ। ਅਸੀਂ ਜਨਰਲੀ ਕੀ ਮੰਨ ਕੇ ਚੱਲਦੇ ਹਾਂ, ਕੀ ਐਜ਼ਿਊਮ ਕਰਦੇ ਹਾਂ ਕਿ ਬੱਚੇ ਨੂੰ ਪਹਿਲਾਂ ਤੋਂ ਘੱਟੋ ਘੱਟ ਬੇਸਿਕ ਨੌਲੇਜ ਹੈ ਉਸ ਚੀਜ਼ ਬਾਰੇ, ਠੀਕ ਹੈ। ਤਾਂ ਜੇ ਮੰਨ ਲਓ ਤੁਸੀਂ ਮੰਥਸ ਨੇਮ ਪੜ੍ਹਾਉਣ ਲੱਗੇ ਹੋ, ਘੱਟੋ ਘੱਟ ਹੁਣ ਤੁਸੀਂ ਇਹੀ ਮੰਨ ਕੇ ਚੱਲੋਗੇ ਕਿ ਬੱਚੇ ਨੂੰ ਉਹਦੀ ਬੇਸਿਕ ਨੌਲੇਜ ਹੈ, ਉਹਨੇ ਆਪਣੇ ਆਸ ਪਾਸ ਤੋਂ, ਆਪਣੇ ਫਾਦਰ ਮਦਰ ਤੋਂ ਡਿਫਰੈਂਟ ਮੰਥਸ ਨੇਮ ਜਿਹੜੇ ਜ਼ਰੂਰ ਸੁਣੇ ਹੋਣਗੇ। ਸੋ ਅਸੀਂ ਇਹ ਮੰਨ ਕੇ ਚੱਲਦੇ। ਸੋ ਪ੍ਰੀਵੀਅਸ ਨੌਲੇਜ ਦੇ ਵਿੱਚ ਅਸੀਂ ਕੀ ਕਰਨਾ ਹੁੰਦਾ ਰਾਜੇ, ਅਸੀਂ ਕੁਐਸਚਨ ਪੁੱਛਣੇ ਹੁੰਦੇ ਆ ਘੁਮਾ ਫਿਰਾ ਕੇ, ਪਰ ਟੋਪਿਕ ਦਾ ਨਾਮ ਲਏ ਤੋਂ ਬਿਨਾਂ, ਤਾਂ ਕਿ ਬੱਚੇ ਤੋਂ ਖੁਦ ਟੋਪਿਕ ਅਸੀਂ ਉਗਲਵਾਉਣਾ ਹੁੰਦਾ ਹੈ। ਸੋ ਅਸੀਂ ਕੁਐਸਚਨ ਪੁੱਛਦੇ ਹਾਂ ਬੱਚਿਆਂ ਤੋਂ। ਕੁਐਸਚਨ ਪੁੱਛਣ ਦੇ ਵੀ ਕੁਝ ਰੂਲਸ ਹੁੰਦੇ ਨੇ। ਫਸਟ ਰੂਲ ਹੈ ਕਿ ਕੁਐਸਚਨ ਜਿਹੜਾ ਉਹ ਯੈਸ ਜਾਂ ਫਿਰ ਨੋ ਦੇ ਵਿੱਚ ਨਾ ਹੋਵੇ, ਇਹ ਨੋਟ ਕਰ ਲਓ। ਦੂਜੀ ਗੱਲ ਜਿਹੜੀ ਨੋਟ ਕਰਨ ਯੋਗ ਹੈ ਉਹ ਹੈ ਕਿ ਕੁਐਸਚਨ ਜਿਹੜਾ ਹੈ ਆਪਸ ਵਿੱਚ ਜਿਹੜੇ ਇੰਟਰਲਿੰਕਡ ਹੋਣੇ ਚਾਹੀਦੇ ਨੇ। ਓਨਲੀ ਕੁਝ ਕੇਸਿਸ ਵਿੱਚ ਛੱਡ ਕੇ ਕੁਝ ਕੇਸਿਸ ਨੂੰ ਜੇਕਰ ਅਸੀਂ ਛੱਡ ਦਈਏ ਤਾਂ ਮੋਸਟ ਆਫ ਦ ਕੇਸਿਸ ਜਿਹੜੇ ਕੁਐਸਚਨਸ ਨੇ ਉਹ ਆਪਸ ਵਿੱਚ ਇੰਟਰਲਿੰਕਡ ਹੁੰਦੇ ਨੇ, ਆਪਸ ਵਿੱਚ ਜੁੜੇ ਹੋਏ ਹੁੰਦੇ ਨੇ। ਸੋ ਇਹ ਕੁਝ ਕੁਐਸਚਨ ਪੁੱਛਣ ਦੇ ਰੂਲ ਹੁੰਦੇ ਨੇ। ਕੁਐਸਚਨ ਤੁਸੀਂ ਕਿਸੇ ਵੀ ਤਰੀਕੇ ਨਾਲ ਆਪਣੀ ਕ੍ਰੀਏਟੀਵਿਟੀ ਦੇ ਹਿਸਾਬ ਨਾਲ ਪੁੱਛਣੇ ਨੇ, ਕ੍ਰੀਏਟ ਕਰਨੇ ਨੇ, ਬਟ ਬਸ਼ਰਤੇ ਕਿ ਟੋਪਿਕ ਦਾ ਨਾਮ ਵਿੱਚ ਅਸੀਂ ਨਹੀਂ ਦੱਸਣਾ ਹੁੰਦਾ। ਟੋਪਿਕ ਦਾ ਨਾਮ ਅਸੀਂ ਬੱਚੇ ਤੋਂ ਪੁੱਛਣਾ ਹੁੰਦਾ ਹੈ। ਅਸੀਂ ਕੁਛ ਵੀ ਘੁਮਾ ਫਿਰਾ ਕੇ ਇਹੋ ਜਿਹਾ ਪੁੱਛੀਦਾ ਹੈ ਕਿ ਬੱਚਾ ਜਿਹੜਾ ਟੋਪਿਕ ਦਾ ਨਾਮ ਖੁਦ ਦੱਸੇ। ਅਤੇ ਜੇਕਰ ਤੁਸੀਂ ਅਜਿਹਾ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਦੈਨ ਇਟਸ ਗੁੱਡ, ਅਦਰਵਾਈਜ਼ ਯੂ ਕੈਨ ਡਿਕਲੇਅਰ ਦਾ ਟੋਪਿਕ, ਕਿਉਂਕਿ ਟੋਪਿਕ ਤਾਂ ਅਸੀਂ ਡਿਕਲੇਅਰ ਕਰਨਾ ਹੀ ਆ ਜਦੋਂ ਅਸੀਂ ਪੜ੍ਹਾਉਣ ਆਏ ਹਾਂ। ਅਸੀਂ ਕਲਾਸ ਤੋਂ ਵਾਪਿਸ ਤਾਂ ਜਾਣਾ ਨਹੀਂ। ਜੇਕਰ ਬੱਚੇ ਟੋਪਿਕ ਦਾ ਨਾਮ ਦੱਸ ਦਿੰਦੇ ਆ ਤਾਂ ਵੀ ਅਸੀਂ ਟੋਪਿਕ ਡਿਕਲੇਅਰ ਕਰਨਾ ਹੀ ਹੈ। ਜੇਕਰ ਨਹੀਂ ਕਰਦੇ ਤਾਂ ਫਿਰ ਵੀ ਅਸੀਂ ਟੋਪਿਕ ਡਿਕਲੇਅਰ ਕਰਨਾ ਹੀ ਹੈ। ਸੋ ਇਹਦੇ 'ਚ ਕੁਐਸਚਨ ਜਿਵੇਂ ਅਸੀਂ ਮੰਥਸ ਨੇਮ ਦੀ ਗੱਲ ਕਰ ਲੈਂਦੇ ਹਾਂ, ਵਟ ਇਜ਼ ਡੇਟ ਟੂਡੇ। ਆਪਾਂ ਬੱਚੇ ਨੂੰ ਪੁੱਛਿਆ ਕਿ ਅੱਜ ਕਿੰਨੀ ਤਰੀਕ ਹੈ। ਮੰਨ ਲਓ ਬੱਚਾ ਕੁਝ ਵੀ ਕਹਿ ਦਿੰਦਾ ਜੀ ਅੱਜ 16 ਅਗਸਤ ਹੈ, ਅੱਜ 17 ਅਗਸਤ ਹੈ, ਠੀਕ ਹੈ। ਤਾਂ ਫਿਰ ਅਸੀਂ ਇੱਕ ਪਰਟੀਕੂਲਰ ਡੇਟ, ਉਹੀ ਡੇਟ ਲਿਖਤੀ। ਮੰਨ ਲਓ ਉਹਨੇ ਕਿਹਾ 16 ਅਗਸਤ ਹੈ, ਠੀਕ ਹੈ। ਆਪਾਂ ਕਹਿੰਦੇ ਹਾਂ 16/8/23। ਆਪਾਂ ਬਲੈਕ ਬੋਰਡ 'ਤੇ ਲਿਖ ਕੇ ਫਿਰ ਬੱਚੇ ਨੂੰ ਕੁਐਸਚਨ ਕ੍ਰੀਏਟ ਕਰ ਸਕਦੇ ਹਾਂ ਕਿ ਇਨ ਦਿਸ ਡੇਟ ਵਟ ਦ ਫਿਗਰ 11 ਰਿਪਰਜੈਂਟ, ਸੋਰੀ 8। ਆਪਾਂ ਫਿਰ 8 ਕਹਾਂਗੇ ਕਿਉਂਕਿ ਆਪਾਂ ਅਗਸਤ ਦਾ 8 ਲਿਖਿਆ ਹੈ ਕਿ ਵਟ ਇਨ ਦਿਸ ਡੇਟ 16/8/23 ਇਨ ਦਿਸ ਡੇਟ ਵਟ ਦ ਫਿਗਰ 8 ਰਿਪਰਜੈਂਟ। ਜਿਹੜੀ ਫਿਗਰ 8 ਹੈ, ਉਹ ਜਿਹੜਾ ਡਿਜਿਟ 8 ਹੈ ਉਹ ਕੀ ਰਿਪਰਜੈਂਟ ਕਰ ਰਿਹਾ ਹੈ। ਤਾਂ ਅੰਡਰਸਟੂਡ ਆ ਕਿ ਬੱਚੇ ਕਹਿਣਗੇ ਕਿ ਜੀ ਇਹ, ਜੇ ਉਹਨਾਂ ਨੂੰ ਪਤਾ ਹੋਏਗਾ ਤਾਂ ਉਹ ਕਹਿਣਗੇ ਇਹ ਅਗਸਤ ਬਾਰੇ ਦੱਸ ਰਿਹਾ ਵੀ 8 ਦਾ ਮਤਲਬ ਹੈ ਅਗਸਤ। ਸੋ ਫਿਰ ਅਸੀਂ ਕਹਾਂਗੇ ਕਿ ਵਟ ਇਜ਼ ਅਗਸਤ, ਅਗਸਤ ਕੀ ਹੈ। ਤਾਂ ਅੰਡਰਸਟੂਡ ਆ। ਜੇ ਬੱਚਿਆਂ ਨੂੰ ਪਤਾ ਹੈ ਮੰਥਸ ਨੇਮ ਹੈ ਤਾਂ ਉਹ ਕਹਿ ਦੇਣਗੇ ਕਿ ਇਟ ਇਜ਼ ਦ ਨੇਮ ਆਫ ਆ ਮੰਥ। ਅਤੇ ਜੇਕਰ ਉਹਨੂੰ ਨਹੀਂ ਪਤਾ ਤਾਂ ਉਹ ਨਹੀਂ ਦੱਸੇਗਾ। ਜੇਕਰ ਤਾਂ ਪੋਸੀਬਿਲਿਟੀ ਕੀ ਹੈ ਕਿ ਉਹ ਆਨਸਰ ਦੱਸੇਗਾ, ਕਿਉਂਕਿ ਮੰਥਸ ਨੇਮ ਸਾਨੂੰ ਪਤਾ ਹੁੰਦੇ ਆ ਮੋਸਟਲੀ। ਕੁਛ ਇੱਕ ਤਾਂ ਜ਼ਰੂਰ ਪਤਾ ਹੋਣਗੇ ਬੱਚਿਆਂ ਨੂੰ। ਸੋ ਜਦੋਂ ਬੱਚੇ ਨੇ ਅਗਸਤ ਕਹਿ ਦਿੱਤਾ ਫਿਰ ਆਪਾਂ ਕਹਾਂਗੇ ਬੱਚੇ ਨੇ ਕਹਿ ਤਾ ਕਿ ਜਿਹੜਾ ਅਗਸਤ ਹੈ ਉਹ ਕਿਸੇ ਮੰਥ ਦਾ ਨਾਮ ਹੈ, ਮਹੀਨੇ ਦਾ ਨਾਮ ਹੈ। ਫਿਰ ਅਸੀਂ ਅਗਲਾ ਜਿਹੜਾ ਕਨਕਲੂਡਿੰਗ ਕੁਐਸਚਨ ਆ ਉਹ ਪੁੱਛਾਂਗੇ ਕਿ ਇਜ਼ ਦੇਅਰ ਸਮ ਅਦਰ ਮੰਥਸ ਆਲਸੋ, ਹੋਰ ਵੀ ਕੁਝ ਮਹੀਨੇ ਹੈਗੇ ਆ ਕਿ ਨਹੀਂ, ਕਿ ਇਕੱਲਾ ਅਗਸਤ ਹੀ ਹੁੰਦਾ ਹੈ। ਤਾਂ ਬੱਚੇ ਕਹਿਣਗੇ ਕਿ ਯੈਸ। ਬਸ ਇੱਥੋਂ ਤੁਹਾਡਾ ਜਿਹੜਾ ਟੋਪਿਕ ਹੈ ਉਹ ਡਿਕਲੇਅਰ ਹੋ ਜਾਏਗਾ, ਕਿਉਂਕਿ ਬੱਚੇ ਨੂੰ ਕੁਛ ਇੱਕ ਤਾਂ ਆਪਾਂ ਜੇ ਮੰਨ ਕੇ ਚੱਲੀਏ 12 ਮੰਥਸ ਨਹੀਂ ਵੀ ਪਤਾ ਤਾਂ ਕੁਝ ਇੰਟੈਲੀਜੈਂਟ ਸਟੂਡੈਂਟਸ ਨੂੰ ਕੁਛ ਮੰਥਸ ਤਾਂ ਜ਼ਰੂਰ ਪਤਾ ਹੀ ਹੋਣਗੇ, ਕੋਈ 2-4। ਅਤੇ ਸਾਡਾ ਪਰਪਸ ਇਹ ਨਹੀਂ ਕਿ ਬੱਚੇ ਨੂੰ ਸਾਰੇ 12 ਦੇ 12 ਜਿਹੜੇ ਮੰਥਸ ਹੈ ਪੂਰੀ ਤਰ੍ਹਾਂ ਆਉਂਦੇ ਹੋਣੇ ਚਾਹੀਦੇ ਨੇ। ਜੇਕਰ ਬੱਚੇ ਨੂੰ ਪਹਿਲਾਂ ਹੀ 12 ਮੰਥਸ ਆਉਂਦੇ ਨੇ ਤਾਂ ਸਾਨੂੰ ਫਿਰ ਪੜ੍ਹਾਉਣ ਦੀ ਅੱਜ ਕੀ ਜ਼ਰੂਰਤ ਹੈ, ਠੀਕ ਹੈ। ਸਾਡੀ ਕੋਸ਼ਿਸ਼ ਹੈ ਕਿ ਸਿਰਫ ਇਹ ਦੇਖਣਾ
ਬੱਚਿਆਂ ਨੂੰ ਪਹਿਲਾਂ ਉਹਦੇ ਬਾਰੇ ਪਤਾ ਹੈ ਕਿ ਨਹੀਂ। ਫਿਰ ਉਹਦੇ ਨਾਲ ਕੀ ਹੈ ਕਿ ਟੀਚਰ ਆਪਣਾ ਇੱਕ ਲੈਵਲ ਸੈੱਟ ਕਰ ਲੈਂਦਾ ਹੈ, ਜੇਕਰ ਉਹਨੂੰ ਪਤਾ ਹੋਵੇ ਕਿ ਬੱਚਿਆਂ ਨੂੰ ਪਹਿਲਾਂ ਉਸ ਚੀਜ਼ ਦੇ ਬਾਰੇ ਕਿੰਨਾ ਕੁ ਗਿਆਨ ਹੈ। ਮੰਨ ਲਓ ਫੋਰ ਐਗਜ਼ਾਮਪਲ ਮੈਂ ਇੱਥੇ ਇੱਕ ਥੋੜ੍ਹਾ ਵੱਡਾ ਟੋਪਿਕ ਲੈ ਕੇ ਤੁਹਾਨੂੰ ਇਹ ਚੀਜ਼ ਕਲੀਅਰ ਕਰ ਦਿੰਦਾ ਹੈ। ਫੋਰ ਐਗਜ਼ਾਮਪਲ ਤੁਸੀਂ ਕਲਾਸ ਦੇ ਵਿੱਚ ਅੱਜ ਪੜ੍ਹਾਉਣ ਆਏ ਹੋ ਕਿ ਪ੍ਰਦੂਸ਼ਣ ਦੀ ਰੋਕਥਾਮ ਕਿਵੇਂ ਕੀਤੀ ਜਾਂਦੀ ਹੈ। ਹੁਣ ਪ੍ਰਦੂਸ਼ਣ ਦੀ ਰੋਕਥਾਮ ਤੁਸੀਂ ਤਾਂ ਹੀ ਪੜ੍ਹਾ ਸਕੋਗੇ ਜੇਕਰ ਬੱਚੇ ਨੂੰ ਇਹ ਪਤਾ ਹੈ ਕਿ ਪ੍ਰਦੂਸ਼ਣ ਹੁੰਦਾ ਕੀ ਹੈ, ਉਹ ਫੈਲਦਾ ਕਿਵੇਂ ਹੈ। ਜੇਕਰ ਬੱਚੇ ਨੂੰ ਇਹੀ ਨਹੀਂ ਪਤਾ ਕਿ what is the term pollution and what are the causes of pollution, ਜਦ ਤੱਕ ਬੱਚੇ ਨੂੰ ਉਹਦੇ ਕਾਰਨ ਨਹੀਂ ਪਤਾ, ਉਹਦਾ ਨਾਮ ਨਹੀਂ ਪਤਾ, ਅਤੇ ਪੋਸੀਬਲ ਹੀ ਨਹੀਂ ਕਿ ਤੁਸੀਂ ਉਹਦੀ ਰੋਕਥਾਮ ਬਾਰੇ ਦੱਸੀ ਜਾਓ, ਬੱਚੇ ਨੂੰ ਉਹ ਚੀਜ਼ ਕਲੀਅਰ ਹੀ ਨਹੀਂ ਹੋਣੀ। ਤਾਂ ਪਹਿਲਾਂ ਬੱਚੇ ਨੂੰ ਤੁਸੀਂ ਅਵੇਅਰ ਕਰੋਗੇ ਕਿ ਪੋਲਿਊਸ਼ਨ ਹੁੰਦਾ ਕੀ ਹੈ ਅਤੇ ਪੋਲਿਊਸ਼ਨ ਦੀਆਂ ਜਿਹੜੇ ਕਾਰਨ ਕੀ ਨੇ। ਸੋ ਅਸੀਂ ਇਹੀ ਚੈੱਕ ਕਰਨਾ ਹੁੰਦਾ ਹੈ। ਤੁਸੀਂ ਰੋਕਥਾਮ ਪੜ੍ਹਾਉਣ ਤੋਂ ਪਹਿਲਾਂ ਇਹ ਦੇਖੋਗੇ ਕਿ ਬੱਚੇ ਨੂੰ ਪੋਲਿਊਸ਼ਨ ਦੀ ਜਿਹੜੀ ਨਾਮ ਪਤਾ ਹੈ ਅਤੇ ਪੋਲਿਊਸ਼ਨ ਦਾ ਜਾਂ ਫਿਰ ਕਾਰਨ ਪਤਾ ਨੇ ਕਿ ਕਿਹੜੇ ਕਿਹੜੇ ਨੇ। ਠੀਕ ਹੈ, ਜੇ ਉਹਨੇ ਦੋ ਚੀਜ਼ਾਂ ਪਤਾ ਹੈ ਫਿਰ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਸੋ ਪੀਕੇ ਟੈਸਟਿੰਗ ਤੋਂ ਬਾਅਦ ਅਸੀਂ ਅਨਾਊਂਸਮੈਂਟ ਆਫ ਦਾ ਟੋਪਿਕ ਹੁੰਦਾ ਹੈ, ਤੁਸੀਂ ਟੋਪਿਕ ਨੂੰ ਅਨਾਊਂਸ ਕਰਨਾ ਹੁੰਦਾ ਹੈ। ਦੇਖੋ ਪੀਕੇ ਟੈਸਟਿੰਗ ਦੇ ਵਿੱਚ ਫਾਈਨਲ ਹੋ ਜਾਏਗਾ ਕਿ ਬੱਚੇ ਨੇ ਟੋਪਿਕ ਦਾ ਨਾਮ ਦੱਸਤਾ ਜਾਂ ਨਹੀਂ ਦੱਸਿਆ। ਠੀਕ ਹੈ, ਜੇ ਦੱਸ ਦਿੱਤਾ ਫਿਰ ਵੀ ਤੁਸੀਂ ਕਹਿ ਸਕਦੇ ਹੋ ਕਿ ਪੀਟੀ ਇੱਥੇ ਸਿੱਧਾ ਹੀ ਲਿਖਿਆ ਹੋਇਆ ਪੀਟੀ ਵਿਲ ਅਨਾਊਂਸ ਦਾ ਟੋਪਿਕ ਬਾਈ ਸੇਇੰਗ ਸਟੂਡੈਂਟਸ we will study about 12 months name in English। ਅੰਗਰੇਜ਼ੀ ਦੇ ਵਿੱਚ 12 ਮਹੀਨਿਆਂ ਦੇ ਨਾਮ ਅਸੀਂ ਅੱਜ ਸਿੱਖਾਂਗੇ। ਪਰ ਇਹਨੂੰ ਸਟਾਰਟ ਕਰਨ ਦਾ ਥੋੜ੍ਹਾ ਜਿਹਾ ਇੱਕ ਵੇ ਹੁੰਦਾ ਹੈ। ਜੇਕਰ ਬੱਚਿਆਂ ਨੇ ਤੁਹਾਨੂੰ ਲੱਗਦਾ ਹੈ ਕਿ ਈਜ਼ੀ ਹੈ, ਬੱਚੇ ਦੱਸ ਦੇਣਗੇ, ਫਿਰ ਤੁਸੀਂ ਕਹੋਗੇ ਆਫਟਰ ਗੈਟਿੰਗ ਸੈਟਿਸਫੈਕਟਰੀ ਰਿਸਪੋਂਸਿਸ ਫਰੋਮ ਸਟੂਡੈਂਟਸ PT will start the topic by saying that students today we will study about 12 months of an year in English। ਠੀਕ ਹੈ, ਅਤੇ ਜੇਕਰ ਤੁਹਾਨੂੰ ਇਫ ਯੂ ਆਰ ਡਾਊਟਫੁਲ ਕਿ ਬੱਚਾ ਆਨਸਰ ਦੇਵੇਗਾ ਨਹੀਂ ਦੇਵੇਗਾ, ਟੋਪਿਕ ਥੋੜ੍ਹਾ ਟਫ ਹੈ, ਦੈਨ ਤੁਸੀਂ ਇੱਕ ਹੋਰ ਲਾਈਨ ਲਿਖ ਸਕਦੇ ਹੋ ਕਿ ਆਫਟਰ ਗੈਟਿੰਗ ਸੈਟਿਸਫੈਕਟਰੀ ਔਰ ਅਨਸੈਟਿਸਫੈਕਟਰੀ, ਸੰਤੋਖਜਨਕ ਬੱਚਿਆਂ ਤੋਂ ਸੰਤੋਖਜਨਕ ਜਾਂ ਅਸੰਤੋਖਜਨਕ ਉੱਤਰ ਮਿਲਣ ਤੋਂ ਬਾਅਦ ਵਿਦਿਆਰਥੀ ਅਧਿਆਪਕਾ ਜਿਹੜੀ ਆ ਉਪ ਵਿਸ਼ੇ ਦੀ ਘੋਸ਼ਣਾ ਕਰੇਗੀ। PT will declare ਜਾਂ ਅਨਾਊਂਸ ਦਾ ਟੋਪਿਕ ਬਾਈ ਸੇਇੰਗ, ਇਹ ਕਹਿੰਦੀ ਹੋਈ ਕਰੇਗੀ ਸਟੂਡੈਂਟਸ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ 12 months of an year in English। ਬੱਚਿਓ ਅੱਜ ਅਸੀਂ ਅੰਗਰੇਜ਼ੀ ਦੇ ਵਿੱਚ 12 ਮਹੀਨਿਆਂ ਦੇ ਨਾਮ ਬਾਰੇ ਪੜ੍ਹਾਂਗੇ। ਦਿਸ ਇਜ਼ ਕਾਲਡ ਅਨਾਊਂਸਮੈਂਟ ਆਫ ਟੋਪਿਕ। ਇਹ ਪੀਕੇ ਟੈਸਟਿੰਗ ਤੋਂ ਬਾਅਦ ਹੁੰਦੀ ਹੈ, ਜਦੋਂ ਤੁਸੀਂ ਬੱਚਿਆਂ ਦੀ ਨੌਲੇਜ ਦੀ ਟੈਸਟ ਲੈ ਲਈ ਕਿ ਉਹਨਾਂ ਨੂੰ ਪਹਿਲਾਂ ਕਿੰਨਾ ਕੁ ਪਤਾ ਹੈ, ਦੈਨ ਤੁਸੀਂ ਸਟਾਰਟ ਕਰਦੇ ਹੋ ਕਿ ਤੁਸੀਂ ਟੋਪਿਕ ਆਪਣਾ ਅਨਾਊਂਸ ਕਰਨਾ ਸਟਾਰਟ ਕਰਦੇ ਹੋ। ਅਤੇ ਜੇਕਰ ਬੱਚੇ ਨੇ ਕਹਿਤਾ, ਜੇ ਤੁਸੀਂ ਸੈਟਿਸਫੈਕਟਰੀ ਔਰ ਅਨਸੈਟਿਸਫੈਕਟਰੀ ਵਾਲੀ ਲਾਈਨ ਲਿਖ ਦਿੰਦੇ ਹੋ ਨਾ, ਉਹ ਦੋਨਾਂ ਚੀਜ਼ਾਂ ਨੂੰ ਹੀ ਕਵਰ ਕਰ ਲੈਂਦੀ ਹੈ, ਚਾਹੇ ਬੱਚੇ ਨੇ ਆਨਸਰ ਦਿੱਤਾ ਹੈ ਚਾਹੇ ਨਹੀਂ ਦਿੱਤਾ। ਤੁਸੀਂ ਸੇਮ ਹੀ ਲਾਈਨ ਲਿਖ ਸਕਦੇ ਹੋ ਕਿ ਆਫਟਰ ਗੈਟਿੰਗ ਸੈਟਿਸਫੈਕਟਰੀ ਔਰ ਅਨਸੈਟਿਸਫੈਕਟਰੀ ਰਿਸਪੋਂਸਿਸ ਫਰਾਮ ਸਟੂਡੈਂਟਸ PT will announce the topic by saying ਕੋਮਿਆਂ ਦੇ ਵਿੱਚ ਇਨਵਰਟਡ ਕੋਮਾਸ, ਕਿਉਂਕਿ ਜਦੋਂ ਅਸੀਂ ਕਿਸੇ ਦਾ ਡਾਇਲੋਗ ਲਿਖਣਾ ਹੁੰਦਾ ਹੈ ਨਾ, ਵੀ ਆਲਵੇਜ਼ ਰਾਈਟ ਇਟ ਇਨ ਇਨਵਰਟਡ ਕੋਮਾਸ। ਤੁਸੀਂ ਕੋਈ ਕੋਟੇਸ਼ਨਸ ਲਿਖੀਆਂ ਪੜ੍ਹਦੇ ਹੋ ਕਿਸੇ ਐਕਸਪਰਟਸ ਦੀਆਂ, ਮਹਾਨ ਫਿਲੋਸਫਰਸ ਦੀਆਂ, ਤਾਂ ਉਹ ਹਮੇਸ਼ਾ ਹੀ ਕੋਮਾਸ ਵਿੱਚ ਕਿਉਂ ਲਿਖੀਆਂ ਹੁੰਦੀਆਂ? ਬਿਕੋਜ਼ ਦੋਜ਼ ਆਰ ਦਾ ਐਕਚੁਅਲ ਵਰਡਸ ਆਫ ਦੋਜ਼ ਐਕਸਪਰਟਸ। ਸੋ ਇੱਥੇ ਵੀ ਅਸੀਂ ਇਨਵਰਟਡ ਕੋਮਾ ਯੂਜ਼ ਕਰਾਂਗੇ ਕਿ PT will ਮਤਲਬ PT will announce the topic by after getting ਪੂਰਾ ਕਿਵੇਂ ਲਿਖਾਂਗੇ ਕਿ ਆਫਟਰ ਗੈਟਿੰਗ ਸੈਟਿਸਫੈਕਟਰੀ ਔਰ ਅਨਸੈਟਿਸਫੈਕਟਰੀ ਰਿਸਪੋਂਸਿਸ PT will announce the topic by saying inverted comma start students today we will discuss today we are going to discuss about the 12th month of the year in English। ਠੀਕ ਹੈ, ਤੋਂ ਲਾਸਟ ਹੁੰਦਾ ਰਾਜੇ ਪ੍ਰੈਜੈਂਟੇਸ਼ਨ। ਪ੍ਰੈਜੈਂਟੇਸ਼ਨ ਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਪ੍ਰਸਤੁਤੀਕਰਨ, ਅਤੇ ਅਨਾਊਂਸਮੈਂਟ ਆਫ ਟੋਪਿਕ ਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਜਿਹੜਾ ਉਪ ਵਿਸ਼ੇ ਦੀ ਘੋਸ਼ਣਾ ਜਾਂ ਉਪ ਵਿਸ਼ੇ ਦਾ ਐਲਾਨ।
ਕੋਸ਼ਣਾਵਰਡ ਜਿਹੜਾ ਜ਼ਿਆਦਾ ਬੈਟਰ ਹੈ। ਸੋ ਪ੍ਰੈਜੈਂਟੇਸ਼ਨ ਯਾਨੀ ਪ੍ਰਸਤੁਤੀਕਰਨ ਦੇ ਵਿੱਚ ਫਿਰ ਅਸੀਂ ਕੀ ਲਿਖਣਾ ਹੁੰਦਾ ਹੈ ਕਿ ਜਿਹੜੀ ਹੈ ਕਿਹੜਾ ਅਸੀਂ ਮੈਥਡ ਯੂਜ਼ ਕੀਤਾ ਹੈ ਉਹਦੇ ਬਾਰੇ ਅਸੀਂ ਦੱਸਣਾ ਹੁੰਦਾ। ਜਿਵੇਂ ਇੱਥੇ ਕੀ ਲਿਖਿਆ ਹੈ, ਕੁਐਸਚਨ ਆਨਸਰ ਟੈਕਨੀਕ ਵਿਲ ਬੀ ਯੂਜ਼ਡ ਅਲੋਂਗ ਵਿਦ ਐਕਟਿਵ ਪਾਰਟੀਸਪੇਸ਼ਨ ਆਫ ਸਟੂਡੈਂਟਸ। ਬੱਚਿਆਂ ਦੀ ਐਕਟਿਵ ਪਾਰਟੀਸਪੇਸ਼ਨ ਦੇ ਨਾਲ ਕੁਐਸਚਨ ਆਨਸਰ ਟੈਕਨੀਕ ਯਾਨੀ ਪ੍ਰਸ਼ਨ ਉੱਤਰ ਤਕਨੀਕ ਜਿਹੜੀ ਹੈ ਉਹ ਯੂਜ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਮੈਥਡ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਉਹ ਲਿਖ ਸਕਦੇ ਹੋ ਕਿ ਭਾਸ਼ਣ ਵਿਧੀ ਅਤੇ ਪ੍ਰਸ਼ਨ ਉੱਤਰ ਤਕਨੀਕ ਯੂਜ਼ ਕੀਤੀ ਜਾਏਗੀ। ਇੱਕ ਲਾਈਨ ਜਿਹੜੀ ਹੋਰ ਇੱਥੇ ਮਿਸਿੰਗ ਹੈ ਮੇਰੇ ਅਕੋਰਡਿੰਗ, ਦੈਟ ਇਜ਼ ਕਿ ਟੀਚਿੰਗ ਏਡ ਐਂਡ ਬਲੈਕਬੋਰਡ ਵਿਲ ਬੀ ਯੂਜ਼ਡ ਸਾਈਡ ਬਾਏ ਸਾਈਡ, ਜਾਂ ਤੁਸੀਂ ਕਹਿ ਸਕਦੇ ਹੋ ਕਿ ਵੈਨ ਐਵਰ ਰਿਕੁਆਇਰਡ, ਕਿ ਟੀਚਿੰਗ ਏਡ ਐਂਡ ਬਲੈਕਬੋਰਡ ਵਿਲ ਬੀ ਯੂਜ਼ਡ ਸਾਈਡ ਬਾਏ ਸਾਈਡ, ਜਾਂ ਫਿਰ ਟੀਚਿੰਗ ਏਡ ਐਂਡ ਬੀਬੀ ਵਿਲ ਬੀ ਯੂਜ਼ਡ, ਬੀਬੀ ਯਾਨੀ blackboard will be used whenever it is required। ਸੋ ਇਹ ਸੀ ਰਜੇ ਫਸਟ ਪੇਜ। ਇਹਦੀ ਗੱਲ ਜ਼ਿਆਦਾ ਹੁੰਦੀ ਹੈ, ਇਹੀ ਮੇਨ ਚੀਜ਼ ਹੈ ਲੈਸਨ ਪਲਾਨ ਦੀ, ਇਹੀ ਤੁਹਾਡੀ ਕ੍ਰੀਏਟੀਵਿਟੀ। ਉਸ ਤੋਂ ਬਾਅਦ ਤਾਂ ਜਿਹੜਾ ਤੁਸੀਂ ਬੁੱਕ 'ਚੋਂ ਦੇਖ ਕੇ ਲਿਖਣਾ ਹੁੰਦਾ ਹੈ। ਜਿਹੜਾ 5 ਸਕੇਲ ਲੈਸਨ ਤੁਸੀਂ ਬਣਾਉਣਾ ਹੈ, ਜੇਕਰ ਤੁਸੀਂ 4 ਸਕੇਲ ਬਣਾਉਂਦੇ ਹੋ ਤਾਂ ਐਕਸੈਪਟ ਨਹੀਂ ਕੀਤਾ ਜਾਵੇਗਾ। 5 ਸਕੇਲ ਦਾ ਮਤਲਬ ਹੈ 5 ਕਾਲਮ ਵਾਲਾ। ਜਿਵੇਂ ਤੁਸੀਂ ਦੇਖ ਰਹੇ ਹੋ ਤੁਹਾਡੀ ਸਕਰੀਨ ਦੇ ਉੱਪਰ ਕਿ ਜਿਹੜਾ ਲੈਸਨ ਪਲਾਨ ਤੁਹਾਡੇ ਸਾਹਮਣੇ ਉਹ 5 ਕਾਲਮਸ 'ਚ ਬਣਿਆ ਹੋਇਆ ਹੈ। ਸਬਜੈਕਟ ਮੈਟਰ, ਦੈਨ PT ਐਕਟੀਵਿਟੀ, ਦੈਨ ਪਿਊਪਲ ਐਕਟੀਵਿਟੀ, ਦੈਨ ਟੀਚਿੰਗ ਏਡ ਜਾਂ ਫਿਰ ਓਬਲੀਕ ਬਲੈਕਬੋਰਡ ਵਰਕ, ਅਤੇ ਲਾਸਟ 'ਤੇ ਈਵੈਲੂਏਸ਼ਨ। ਦੇਖੋ ਜਿਹੜਾ ਫਸਟ ਕਾਲਮ ਹੈ ਰਾਜੇ ਸਬਜੈਕਟ ਮੈਟਰ, ਉਹਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜਾ ਵੀ ਕੰਟੈਂਟ ਤੁਸੀਂ ਲਿਆ ਹੈ ਬੁੱਕ ਦੇ ਵਿੱਚੋਂ ਜਾਂ ਕਿਤੋਂ ਵੀ, ਉਹ ਤੁਸੀਂ ਇੱਥੇ ਰੀਪਰੋਡਿਊਸ ਕਰ ਦੇਣਾ ਹੁੰਦਾ, ਲਿਖ ਦੇਣਾ ਹੁੰਦਾ ਹੈ। ਇੱਥੇ ਲਿਖਣ ਦੇ ਕੁਛ ਤਰੀਕੇ ਹੁੰਦੇ ਨੇ, ਲਾਈਕ ਤੁਹਾਡਾ ਮੈਟਰ ਬਹੁਤ ਜ਼ਿਆਦਾ ਵੱਡਾ ਹੈ, ਤੁਸੀਂ ਕੋਈ EVS ਦੀ ਬੁੱਕ 'ਚੋਂ ਜਾਂ ਫਿਰ ਕਿਸੇ ਇੰਗਲਿਸ਼ ਦੀ ਬੁੱਕ 'ਚੋਂ ਪੂਰਾ ਚੈਪਟਰ ਲੈ ਰਹੇ ਹੋ, ਤਾਂ ਪੂਰਾ ਚੈਪਟਰ ਸਾਨੂੰ ਇੰਗਲਿਸ਼ ਦੇ ਵਿੱਚ ਕੀ ਕਰੀਦਾ, ਅਸੀਂ ਪੂਰਾ ਚੈਪਟਰ ਨਹੀਂ ਲਿਖਦੇ, ਜਸਟ ਸਟਾਰਟਿੰਗ ਦੀਆਂ ਕੁਛ ਲਾਈਨਾਂ ਲਿਖ ਕੇ ਪਹਿਲੇ ਪੈਰੇ ਦੀਆਂ, ਫਿਰ ਡੋਟ ਦੈਨ ਪੈਰੇ ਦੀਆਂ ਐਂਡ ਵਾਲੀਆਂ 4 ਲਾਈਨਾਂ, ਫਿਰ ਨੈਕਸਟ ਪੈਰਾ ਸਟਾਰਟ ਕਰ ਲੈਂਦੇ ਹਾਂ, ਉਹਦੀਆਂ ਸਟਾਰਟਿੰਗ ਦੀਆਂ ਕੁਛ ਲਾਈਨਸ, ਦੈਨ ਡੋਟ ਦੈਨ ਲਾਸਟ ਲਾਈਨਸ। ਪੰਜਾਬੀ ਜਾਂ ਫਿਰ SST ਦੇ ਵਿੱਚ ਕੀ ਕਰਦੇ ਹਾਂ ਅਸੀਂ, ਤੁਸੀਂ ਉਹ ਪੂਰੇ ਚੈਪਟਰ ਦੇ ਵਿੱਚੋਂ ਕੋਈ ਇੱਕ ਟੋਪਿਕ ਚੱਕ ਲੈਣਾ ਹੁੰਦਾ ਪਰਟੀਕੂਲਰ, ਜਿਹਨੂੰ ਤੁਸੀਂ ਕਵਰ ਕਰ ਸਕੋ ਇੱਕ ਕਲਾਸ ਦੇ ਵਿੱਚ। ਸੋ ਉਹ ਜਿਹੜਾ ਆਰਾਮ ਦੇ ਨਾਲ ਜਿਹੜਾ ਉਹ ਰੀਪ੍ਰਜੈਂਟ ਅਸੀਂ ਇੱਥੇ ਰੀਪਰੋਡਿਊਸ ਕਰ ਸਕਦੇ ਹਾਂ, ਕਿਉਂਕਿ ਜੇਕਰ ਵਿੱਚੋਂ ਤੁਸੀਂ ਇੱਕ ਪਰਟੀਕੂਲਰ ਟੋਪਿਕ ਲੈਂਦੇ ਹੋ ਤਾਂ ਉਹ ਜ਼ਿਆਦਾ ਲੈਂਥੀ ਨਹੀਂ ਹੁੰਦਾ। ਠੀਕ ਹੈ ਜੀ। ਤਾਂ ਕੰਟੈਂਟ ਦੇ ਵਿੱਚ ਸਬਜੈਕਟ ਮੈਟਰ ਦੇ ਵਿੱਚ ਤੁਸੀਂ ਸਾਰਾ ਮਟੀਰੀਅਲ ਬੁੱਕ ਤੋਂ ਹੀ ਲਿਖਣਾ ਹੁੰਦਾ ਹੈ। ਅਤੇ ਦੂਸਰਾ ਕਾਲਮ ਦੀ ਗੱਲ ਕਰ ਲੈਂਦੇ ਹਾਂ PT ਐਕਟੀਵਿਟੀ ਦੀ। PT ਐਕਟੀਵਿਟੀ ਦੇ ਵਿੱਚ ਕੀ ਹੈ ਕਿ ਤੁਸੀਂ ਜੋ ਲਿਖਿਆ ਹੈ ਉਹਦੇ ਅਕੋਰਡਿੰਗ ਫਿਰ PT ਦੀ ਜਿਹੜੀ ਐਕਟੀਵਿਟੀ ਹੋਏਗੀ। ਮੰਨ ਲਓ ਤੁਸੀਂ ਜਿਵੇਂ ਮੀਨਿੰਗ ਲਿਖੀ ਹੈ ਸ਼ੁਰੂ ਦੇ ਵਿੱਚ ਕਿ ਮੰਥ ਕਿਹਨੂੰ ਕਹਿੰਦੇ ਅਸੀਂ, ਮੰਥ ਦੀ ਇੰਟਰੋਡਕਸ਼ਨ ਹੈ, ਤਾਂ ਫਿਰ ਅਸੀਂ ਇੱਥੇ ਕੀ ਲਿਖਾਂਗੇ ਕਿ PT will define the term month to the students by writing them on blackboard। PT ਜਿਹੜੀ ਹੈ ਵਿਦਿਆਰਥੀ ਅਧਿਆਪਕਾ ਹੈ ਜਿਹੜੀ ਉਹ ਮਹੀਨਾ ਸ਼ਬਦ ਨੂੰ ਪਰਿਭਾਸ਼ਿਤ ਕਰੇਗੀ ਬਲੈਕਬੋਰਡ 'ਤੇ ਲਿਖਦੀ ਹੋਈ, ਐਂਡ ਬਾਈ ਗਿਵਿੰਗ ਸਮ ਐਗਜ਼ਾਮਪਲਸ ਵੀ ਤੁਸੀਂ ਲਿਖ ਸਕਦੇ ਹੋ ਕਿ ਉਦਾਹਰਨਾਂ ਦਿੰਦੀ ਹੋਈ ਅਤੇ ਬਲੈਕਬੋਰਡ 'ਤੇ ਲਿਖਦੀ ਹੋਈ ਉਹ ਮਹੀਨਾ ਜਿਹੜਾ ਸ਼ਬਦ ਹੈ ਉਹਨੂੰ ਪਰਿਭਾਸ਼ਿਤ ਕਰੇਗੀ। ਅੰਗਰੇਜ਼ੀ ਦੇ ਵਿੱਚ PT will define the term month by writing it on blackboard and by giving some examples। ਜੇਕਰ PT ਡਿਫਾਈਨ ਕਰ ਰਹੀ ਹੈ, ਡੈਫੀਨੇਸ਼ਨ ਦੱਸ ਰਹੀ ਹੈ, ਬਲੈਕਬੋਰਡ 'ਤੇ ਲਿਖ ਰਹੀ ਹੈ, ਅਤੇ ਪਿਊਪਲ ਕੀ ਕਰਨਗੇ, ਪਿਊਪਲ ਕੌਣ ਹੈ, ਬੱਚੇ ਜਿਹੜੇ ਸਕੂਲ ਦੇ ਬੱਚੇ ਕਲਾਸ 'ਚ ਬੈਠੇ ਆ। ਸਟੂਡੈਂਟਸ ਵਿਲ ਲਿਸਨ ਵੈਰੀ ਕੇਅਰਫੁਲੀ, ਕਿਉਂਕਿ ਹਾਲੇ ਬੱਚਿਆਂ ਦੇ ਕਰਨ ਵਾਲੀ ਕੋਈ ਐਕਟੀਵਿਟੀ ਹੈ ਹੀ ਨਹੀਂ। ਦੇ ਵਿਲ ਜਸਟ ਸਿਟ ਐਂਡ ਲਿਸਨ ਕੇਅਰਫੁਲੀ, ਉਹ ਸਿਰਫ ਬੈਠਣਗੇ ਅਤੇ ਸੁਣਨਗੇ। ਅਤੇ ਇੱਥੇ ਫਿਰ ਅਸੀਂ ਕੀ ਲਿਖਾਂਗੇ ਕਿ ਸਟੂਡੈਂਟਸ ਵਿਲ ਲਿਸਨ ਵੈਰੀ ਕੇਅਰਫੁਲੀ। ਠੀਕ ਹੈ। ਅਤੇ ਜੇਕਰ ਇੱਥੇ ਕੁਛ ਇਹੋ ਜਿਹੀ ਐਕਟੀਵਿਟੀ ਕਿ PT ਵਿਲ ਰਾਈਟ ਸਮਥਿੰਗ ਔਨ ਬਲੈਕਬੋਰਡ ਐਂਡ ਵਿਲ ਆਸਕ ਦਾ ਸਟੂਡੈਂਟਸ ਟੂ ਰਾਈਟ ਡਾਊਨ ਦਾ ਸੇਮ ਔਨ ਦੇਅਰ ਨੋਟਬੁੱਕ, ਤਾਂ ਫਿਰ ਕੀ ਹੋਣਾ ਸੀ ਕਿ ਬੱਚੇ ਧਿਆਨ ਨਾਲ ਸਮਝਣਗੇ ਅਤੇ PT ਦੇ ਕਹੇ ਅਨੁਸਾਰ ਆਪਣੀਆਂ ਕਾਪੀਆਂ 'ਤੇ ਨੋਟ ਕਰਨਗੇ। ਸੋ
ਜਿਹੜੇ ਤਿੰਨੋਂ ਕਾਲਮ ਨੇ ਆਪਸ ਵਿੱਚ, ਵੈਸੇ ਤਾਂ ਪੰਜੋਂ ਹੀ ਕਾਲਮ ਆਪਸ ਵਿੱਚ ਲਿੰਕਡ ਹੁੰਦੇ ਨੇ, ਇੰਟਰਲੇਟਡ ਹੁੰਦੇ ਨੇ। ਸੋ ਜੋ ਤੁਸੀਂ ਕੰਟੈਂਟ ਲਿਖਿਆ ਉਹੀ ਅਸੀਂ ਇੱਧਰ ਦੱਸਣਾ ਹੈ ਕਿ ਪੀਟੀ ਜਿਹੜੀ ਹੈ ਉਹ ਉਸ ਚੀਜ਼ ਬਾਰੇ ਦੱਸੇਗੀ, ਉਸ ਚੀਜ਼ ਦੀ ਵਿਆਖਿਆ ਕਰੇਗੀ, ਉਸ ਚੀਜ਼ ਨੂੰ ਉਦਾਹਰਨਾਂ ਸਹਿਤ ਸਮਝਾਏਗੀ, ਬਲੈਕਬੋਰਡ 'ਤੇ ਲਿਖ ਕੇ ਸਮਝਾਏਗੀ, ਚਾਰਟ ਨਾਲ ਸਮਝਾਏਗੀ। ਅਸੀਂ ਹਰ ਇੱਕ ਚੀਜ਼ ਲੈ ਕੇ ਚੱਲਣੀ। ਬੱਚਿਆਂ ਤੋਂ ਪ੍ਰਸ਼ਨ ਪੁੱਛੇਗੀ, ਮਤਲਬ ਬੱਚਿਆਂ ਤੋਂ ਪ੍ਰਸ਼ਨ ਪੁੱਛਣ ਦਾ ਮਤਲਬ ਹੈ ਕਿ ਬੱਚਿਆਂ ਨੂੰ ਇਨਵੋਲਵ ਕਰਨਾ, ਬਿਕੋਜ਼ ਇਟ ਸ਼ੁੱਡ ਨਾਟ ਬੀ ਵਨ ਸਾਈਡਡ ਐਕਚੁਅਲੀ। ਸੋ ਬੱਚਿਆਂ ਤੋਂ ਪ੍ਰਸ਼ਨ ਪੁੱਛਣ ਦਾ ਮਤਲਬ ਹੈ ਬੱਚਿਆਂ ਨੂੰ ਇਨਵੋਲਵ ਕਰਨਾ। ਅਤੇ ਜੇਕਰ ਅਸੀਂ ਬਲੈਕਬੋਰਡ ਯੂਜ਼ ਕਰ ਰਹੇ ਹਾਂ ਤਾਂ ਟੀਚਿੰਗ ਏਡ ਯੂਜ਼ ਕਰਨਾ ਹੋ ਗਿਆ। ਕੋਈ ਚਾਰਟ ਜਾਂ ਮੋਡਲ ਜੋ ਵੀ ਅਸੀਂ ਅੱਜ ਟੀਚਿੰਗ ਏਡ ਲੈ ਕੇ ਆਏ ਹਾਂ ਉਹ ਯੂਜ਼ ਕਰਨ ਦਾ ਮਤਲਬ ਹੀ ਹੋ ਗਿਆ ਕਿ ਅਸੀਂ ਟੀਚਿੰਗ ਏਡ ਨੂੰ ਐਜ਼ ਏਡ ਯੂਜ਼ ਕਰ ਰਹੇ ਹਾਂ। ਜੇਕਰ ਤੁਸੀਂ ਕੁਛ ਮਤਲਬ ਵੈਸੇ ਹੀ ਐਕਸਪਲੇਨ ਕਰ ਰਹੇ ਹੋ ਤਾਂ ਬੱਚੇ ਸੁਣਨਗੇ। ਤਾਂ ਮਤਲਬ ਕੀ ਹੈ ਰਾਜੇ, ਪਹਿਲੇ ਕਾਲਮ ਦੇ ਨਾਲ ਜਿਹੜੀ ਤੁਹਾਡੀ ਦੂਜਾ ਕਾਲਮ ਲਿੰਕਡ ਹੈ, ਦੂਜੇ ਦੇ ਨਾਲ ਫਿਰ ਤੀਜਾ, ਅਤੇ ਜਿਹੜਾ ਐਂ ਫਿਰ ਚੌਥਾ ਅਤੇ ਪੰਜਵਾਂ। ਜਿਵੇਂ ਅੱਗੇ ਉਹਨੇ ਸਿੱਧੇ ਮੰਥਸ ਨੇਮ ਲਿਖਤੇ ਆ ਬੱਚੇ ਨੇ, ਕਿਉਂਕਿ ਟੋਪਿਕ 'ਚ ਜ਼ਿਆਦਾ ਕੁਛ ਹੈ ਨਹੀਂ ਸੀ ਐਕਸਪਲੇਨ ਕਰਨ ਦੇ ਲਈ। 12 ਮੰਥਸ ਦੇ ਨਾਮ ਨੇ ਲਿਖ ਦਿੱਤੇ ਆ। ਜੇ ਵੈਸੇ ਇਹਨੂੰ ਵਧਾਉਣਾ ਹੁੰਦਾ ਤਾਂ ਵਧਾਇਆ ਜਾ ਸਕਦਾ ਸੀ। ਤੁਸੀਂ ਇੱਕ ਇੱਕ ਮੰਥ ਬਾਰੇ ਦੱਸ ਸਕਦੇ ਸੀ ਕਿ ਮੰਥ 'ਚ ਕਿਹੜਾ ਫੈਸਟੀਵਲ ਆਉਂਦਾ ਹੈ, ਵੈਦਰ ਕਿਹੋ ਜਿਹਾ ਹੁੰਦਾ ਹੈ, ਠੀਕ ਹੈ। ਅਤੇ ਇਹ ਪਹਿਲਾ ਮੰਥ ਹੁੰਦਾ ਹੈ ਸਾਲ ਦਾ, ਜਿਵੇਂ ਤੁਸੀਂ ਜਨਵਰੀ ਤੋਂ ਸਟਾਰਟ ਕਰਦੇ ਹੋ। ਇਸ ਮੰਥ ਵਿੱਚ ਲੋਹੜੀ, ਜੋ ਵੀ ਕੋਈ ਫੈਸਟੀਵਲ ਆਉਂਦੇ ਉਹਨਾਂ ਦੇ ਨਾਮ ਦੱਸ ਸਕਦੇ ਹੋ। ਜਾਂ ਫਿਰ ਤੁਸੀਂ ਨਾਲ ਇਹ ਕਹਿ ਸਕਦੇ ਕਿ ਜਿਹੜੇ ਆ ਇਹਦੇ 'ਚ ਜਿਹੜਾ ਰੁੱਤ ਹੈ, ਵੈਦਰ ਹੈ, ਉਹ ਇਸ ਤਰ੍ਹਾਂ ਦਾ ਹੁੰਦਾ ਹੈ। ਤੁਸੀਂ ਚਾਹੁੰਦੇ ਤਾਂ ਇਹਨੂੰ ਹੋਰ ਐਕਸਪਲੇਨ ਕਰ ਸਕਦੇ ਸੀ, ਐਕਸਪੈਂਡ ਕਰ ਸਕਦੇ ਸੀ। ਸੋ ਇੱਥੇ ਕੀ ਇਹਨੇ ਲਿਖਿਆ ਕਿ ਪੀਟੀ ਵਿਲ ਰਾਈਟ ਦਾ ਮੰਥਸ ਨੇਮ ਔਨ ਬਲੈਕਬੋਰਡ, ਸ਼ੀ ਵਿਲ ਆਲਸੋ ਸ਼ੋ ਦੈਮ ਅ ਚਾਰਟ ਕੰਟੇਨਿੰਗ ਦਾ ਮੰਥਸ ਨੇਮ। ਕਿਉਂਕਿ ਅਸੀਂ ਜੇ ਚਾਰਟ ਲੈ ਕੇ ਆਏ ਉਹ ਦਿਖਾਉਣਾ ਵੀ ਹੁੰਦਾ ਹੈ। ਇਹ ਨਹੀਂ ਕਿ ਅਸੀਂ ਸਟਾਰਟਿੰਗ 'ਚ ਲਿਖਤਾ ਕਿ ਸਾਡੇ ਕੋਲ ਇੱਕ ਚਾਰਟ ਹੈਗਾ ਹੈ, ਬਟ ਅਸੀਂ ਸ਼ੋਅ ਕਿਤੇ ਵੀ ਨਹੀਂ ਕਰ ਰਹੇ, ਉਹਨੂੰ ਯੂਜ਼ ਵੀ ਕਰਨਾ ਹੈ ਅਸੀਂ। ਤਾਂ ਇੱਥੇ ਅਸੀਂ ਲਿਖਿਆ ਉਹਨੇ ਕਿ ਰਾਈਟਿੰਗ ਜਿਹੜਾ ਬਾਈ ਰਾਈਟਿੰਗ ਇਟ ਔਨ ਬਲੈਕਬੋਰਡ 'ਤੇ ਵੀ ਲਿਖੇਗੀ, ਚਾਰਟ ਵੀ ਦਿਖਾਏਗੀ। ਅਤੇ ਫਿਰ ਜੇ ਉਹ ਮੰਥਸ ਦੇ ਨਾਮ ਜਿਹੜੇ ਬਲੈਕਬੋਰਡ 'ਤੇ ਵੀ ਲਿਖ ਰਹੀ ਹੈ, ਚਾਰਟ ਵੀ ਦਿਖਾ ਰਹੀ ਹੈ, ਅਤੇ ਬੱਚੇ ਕੀ ਕਰਨਗੇ ਫਿਰ? ਸਟੂਡੈਂਟਸ ਵਿਲ ਲਿਸਨ ਵੈਰੀ ਕੇਅਰਫੁਲੀ ਐਂਡ ਵਿਲ ਓਬਜ਼ਰਵ ਦਾ ਚਾਰਟ ਵਿਦ ਕੀਨ ਇੰਟਰਸਟ। ਅਤੇ ਚਾਰਟ ਨੂੰ ਬਹੁਤ ਧਿਆਨ ਦੇ ਨਾਲ ਦੇਖਣਗੇ, ਠੀਕ ਹੈ। ਸੋ ਇਹ ਸੀ ਰਾਜੇ। ਅੱਗੋਂ ਜੋ ਮਰਜ਼ੀ ਲਿਖ ਸਕਦੇ ਹੋ ਤੁਸੀਂ, ਵਿੱਚ ਇਹ ਵੀ ਲਿਖ ਸਕਦੇ ਹੋ ਕਿ ਜਿਹੜੀ ਵਿਦਿਆਰਥੀ ਅਧਿਆਪਿਕਾ ਹੈ ਉਹ ਡਿਸਿਪਲਿਨ, ਅਨੁਸ਼ਾਸਨ ਬਣਾਈ ਰੱਖਣ ਨੂੰ ਕਹੇਗੀ, ਉਹ ਲੈਸਨ 'ਚੋਂ ਬਾਹਰ ਜਾ ਕੇ ਅਸੀਂ ਲਿਖ ਸਕਦੇ ਹਾਂ ਕੁਝ ਚੀਜ਼ਾਂ। ਲਾਈਕ ਜਿਵੇਂ ਮੈਂ ਇੱਕ ਤਾਂ ਇਹ ਤੁਹਾਨੂੰ ਦੱਸਿਆ ਕਿ ਵਿਦਿਆਰਥੀ ਅਧਿਆਪਕਾ ਜਿਹੜੀ ਬੱਚਿਆਂ ਨੂੰ ਕਲਾਸ ਵਿੱਚ, ਜਮਾਤ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਕਹੇਗੀ। ਅੰਗਰੇਜ਼ੀ 'ਚ ਅਸੀਂ ਕੀ ਕਹਾਂਗੇ ਫਿਰ ਕਿ ਪੀਟੀ ਵਿਲ ਆਸਕ ਦਾ ਸਟੂਡੈਂਟਸ ਟੂ ਮੇਨਟੇਨ ਡਿਸਿਪਲਿਨ ਇਨ ਦਾ ਕਲਾਸ। ਅਤੇ ਬੱਚਿਆਂ ਦੇ ਰਿਸਪੋਂਸ 'ਚ ਕੀ ਲਿਖਾਂਗੇ ਕਿ ਬੱਚੇ ਕਲਾਸ ਵਿੱਚ ਅਨੁਸ਼ਾਸਨ ਬਣਾਈ ਰੱਖਣਗੇ। ਅਤੇ ਇੰਗਲਿਸ਼ ਸਟੂਡੈਂਟਸ ਵਿਲ ਟਰਾਈ ਟੂ ਮੇਨਟੇਨ ਡਿਸਿਪਲਿਨ ਇਨ ਦਾ ਕਲਾਸ। ਇਹ ਕੁਝ ਇਹੋ ਜਿਹੀਆਂ ਲਾਈਨਾਂ ਨੇ ਜਿਹੜੀਆਂ ਤੁਸੀਂ ਇਸ ਤੋਂ ਇਲਾਵਾ ਬਾਹਰ ਜਾ ਕੇ ਲਿਖ ਸਕਦੇ ਹੋ ਕਿਤੇ ਕਿਤੇ। ਜਿਵੇਂ ਵਿਦਿਆਰਥੀ ਅਧਿਆਪਕਾ ਬੱਚਿਆਂ ਦੀਆਂ ਕਾਪੀਆਂ ਚੈੱਕ ਕਰੇਗੀ, ਇਹ ਲਾਈਨ ਲਾਸਟ 'ਤੇ ਹੋਣੀ ਚਾਹੀਦੀ ਹੈ, ਕਿਉਂਕਿ ਕਾਪੀਆਂ ਟੀਚਰ ਜਿਹੜਾ ਲਾਸਟ 'ਤੇ ਚੈੱਕ ਕਰਦਾ ਹੈ, ਅਤੇ ਬੱਚੇ ਆਪਣੀਆਂ ਕਾਪੀਆਂ ਵਿਦਿਆਰਥੀ ਅਧਿਆਪਕਾਂ ਨੂੰ ਚੈੱਕ ਕਰਵਾਉਣਗੇ। ਇਹ ਸੀ ਰਾਜੇ 3 ਕਾਲਮ ਜਿਹੜੇ ਆਪਸ ਵਿੱਚ ਲਿੰਕਡ ਹੁੰਦੇ ਨੇ। ਚੌਥਾ ਕਾਲਮ ਹੈ ਟੀਚਿੰਗ ਏਡ / ਵਰਕ। ਜਿੱਥੇ ਤਾਂ ਪਿਕਚਰ ਅਵੇਲੇਬਲ ਆ, ਜਿਹੜੇ ਟੋਪਿਕ ਦੀ ਪਿਕਚਰ ਈਜ਼ੀਲੀ ਮਿਲ ਸਕਦੀ ਹੈ, ਤੁਸੀਂ ਉਹਦੀ ਪਿਕਚਰ ਲਗਾ ਸਕਦੇ ਹੋ। ਅਦਰਵਾਈਜ਼ ਤੁਸੀਂ ਇੱਕ ਇੱਥੇ ਬਲੈਕਬੋਰਡ ਯੂਜ਼, ਜਿਵੇਂ ਇੱਥੇ ਬੱਚੇ ਨੇ ਜਨਵਰੀ ਫਰਵਰੀ ਦਾ ਬਲੈਕਬੋਰਡ ਯੂਜ਼ ਕੀਤਾ ਹੈ, ਤਾਂ ਤੁਸੀਂ ਇਸ ਤਰੀਕੇ ਦੇ ਨਾਲ ਸਾਰਾ ਲਿਖਣ ਦੀ ਲੋੜ ਨਹੀਂ ਹੁੰਦੀ। ਡੋਟ ਪਾ ਕੇ ਵਿੱਚੋਂ ਕੁਛ ਕੰਟੈਂਟ ਲਿਖ ਸਕਦੇ ਹੋ। ਜਿਹੜੀ ਟੋਪਿਕ ਦੇ ਵਿੱਚ ਪਿਕਚਰ ਅਵੇਲੇਬਲ ਹੈ ਉਹਦੀ ਤੁਸੀਂ ਪਿਕਚਰ ਲਗਾ ਸਕਦੇ ਹੋ। ਮਤਲਬ ਪਿਕਚਰ ਬਲੈਕਬੋਰਡ 'ਚੋਂ ਕੋਈ ਇੱਕ ਚੀਜ਼ ਯੂਜ਼ ਕਰਨੀ ਹੈ। ਇਹ ਵੀ ਨਹੀਂ ਹੋਣਾ ਚਾਹੀਦਾ ਕਿ ਸਾਰੇ ਬਲੈਕਬੋਰਡ ਹੀ ਲਗਾ ਦਿਓ ਕਿ ਕਿਹੜਾ ਪਿਕਚਰਸ ਅਰੇਂਜ ਕਰਦਾ ਫਿਰੂਗਾ, ਹੈ ਨਾ। ਸੋ ਪਿਕਚਰ ਜਿੱਥੇ ਲੱਗ ਸਕਦੇ ਆ, ਮਤਲਬ ਉਹਦੇ ਨਾਲ ਜਿਹੜੀ ਫਾਈਲ ਹੈ ਅਟਰੈਕਟਿਵ ਲੱਗਦੀ ਹੈ। ਅਤੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਪਿਕਚਰ ਇਜ਼ ਨਾਟ ਅਵੇਲੇਬਲ ਆਫ ਦਿਸ ਟੋਪਿਕ, ਦੈਨ ਯੂ ਕੈਨ ਯੂਜ਼ ਬਲੈਕਬੋਰਡ। ਅਤੇ ਲਾਸਟ ਕਾਲਮ ਹੈ ਰਾਜੇ ਇਵੈਲੂਏਸ਼ਨ। ਇਹ ਬੜਾ ਸਿੰਪਲ ਜਿਹਾ ਕਾਲਮ ਹੈ ਕਿ ਜੋ ਚੀਜ਼ ਸਟਾਰਟਿੰਗ ਦੇ ਵਿੱਚ ਪੁੱਛੀ ਗਈ ਹੈ ਉਹਦੇ ਪੈਰਲਲ ਤੁਸੀਂ ਉਹਦਾ ਕੁਐਸਚਨ ਪੁੱਛ ਲੈਣਾ। ਜਿਵੇਂ ਪਹਿਲਾਂ ਉਹਨੇ ਮੰਥ ਨੂੰ ਡਿਫਾਈਨ ਕੀਤਾ ਹੈ, ਤਾਂ ਅਸੀਂ ਉਹੀ ਪੁੱਛ ਲਿਆ ਕਿ ਵਟ ਡੂ ਯੂ ਮੀਨ
ਬਾਏ ਮੰਥ ਤੋਂ ਤੁਹਾਡਾ ਕੀ ਭਾਵ ਹੈ। ਠੀਕ ਹੈ, ਜਿੱਥੇ ਅਸੀਂ ਮੰਥਸ ਦੇ ਨਾਮ ਦੱਸਦੇ ਕਿ ਫਿਰ ਟੈਲ ਮੀ ਦਾ 4th ਮੰਥ ਆਫ ਦਾ ਈਅਰ, ਚੌਥੇ ਮਹੀਨੇ ਦਾ ਨਾਮ ਦੱਸੋ। ਸੋ ਇਹ ਸੀ ਰਾਜੇ ਜਿਹੜਾ 5 ਕਾਲਮ ਦੀ ਗੱਲ ਕਰੀਏ ਤਾਂ 5 ਕਾਲਮ ਦੇ ਵਿੱਚ ਹੀ ਸਟ੍ਰਿਕਟਲੀ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਲੈਸਨ ਹੋਰ ਕਿਸੇ ਤਰੀਕੇ ਨਾਲ ਬਣਿਆ ਹੈ, ਘੱਟ ਸਕੇਲ ਦੇ ਵਿੱਚ ਬਣਿਆ ਹੈ, ਤਾਂ ਉਹ ਐਕਸੈਪਟ ਨਹੀਂ ਕੀਤਾ ਜਾਏਗਾ। ਮੈਂ ਤੁਹਾਨੂੰ ਰਾਜੇ ਪਹਿਲਾਂ ਦੱਸ ਦਿੰਦਾ ਹੈ, ਬਾਅਦ 'ਚੋਂ ਤੁਸੀਂ ਕਹੋ ਕਿ ਸਰ ਹੁਣ ਤਾਂ ਅਸੀਂ ਬਣਾ ਲਿਆ, ਹੁਣ ਅਸੀਂ ਇਹਨੂੰ ਕੀ ਕਰੀਏ। ਸੋ ਬੈਟਰ ਹੈ ਕਿ ਤੁਸੀਂ ਹੁਣੇ ਹੀ ਇਹਨੂੰ ਧਿਆਨ ਨਾਲ ਵੀਡੀਓ ਨੂੰ ਦੇਖ ਲਓ ਅਤੇ ਇਸੇ ਤਰੀਕੇ ਦੇ ਨਾਲ ਹੀ ਲੈਸਨ ਪਲਾਨ ਬਣਾਉਣ ਦੀ ਕੋਸ਼ਿਸ਼ ਕਰੋ। ਅਤੇ ਲਾਸਟ 'ਤੇ ਅਸੀਂ ਲਿਖਦੇ ਰਾਜੇ ਰੀਕੈਪਚੁਲੇਸ਼ਨ, ਜਿਹਨੂੰ ਅਸੀਂ ਫਾਈਨਲ ਰੀਕੈਪਚੁਲੇਸ਼ਨ ਕਹਿੰਦੇ ਹਾਂ। ਫਾਈਨਲ ਇਸ ਲਈ ਕਹਿੰਦੇ ਹਾਂ ਕਿ ਕਿਸੇ ਕੁਐਸਚਨ ਤਾਂ ਇਵੈਲਿਊਏਸ਼ਨ 'ਚ ਵੀ ਪੁੱਛਦੇ ਰਹੇ ਹਾਂ ਵਿੱਚ, ਬਟ ਇੱਥੇ ਅਸੀਂ ਹੁਣ ਲਾਸਟ 'ਤੇ ਸਾਰੇ ਕੁਐਸਚਨ ਪੁੱਛਣ ਲੱਗੇ ਹਾਂ ਜਦੋਂ ਸਾਡਾ ਟੋਪਿਕ ਖ਼ਤਮ ਹੋ ਗਿਆ। ਸੋ ਫਸਟ ਕੁਐਸਚਨ ਜਿਵੇਂ ਇੱਥੇ ਪੁੱਛਿਆ ਗਿਆ ਕਿ ਹਾਊ ਮੈਨੀ ਮੰਥ ਆਫ ਦਾ ਈਅਰ ਆਰ ਦੇਅਰ, ਕਿੰਨੇ ਮੰਥ ਨੇ ਸਾਲ ਦੇ ਵਿੱਚ। ਟੈਲ ਮੀ ਦਾ ਨੇਮ ਆਫ ਫਸਟ 6 ਮੰਥਸ ਆਫ ਦਾ ਈਅਰ, ਪਹਿਲੇ 6 ਮਹੀਨਿਆਂ ਦੇ ਨਾਂ ਦੱਸੋ। ਵਿਚ ਮੰਥ ਇਜ਼ ਦਾ 11th ਮੰਥ, 11ਵਾਂ ਮੰਥ ਕਿਹੜਾ ਹੈ। ਡੈਸ਼ ਇਜ਼ ਦਾ ਲਾਸਟ ਮੰਥ ਆਫ ਦਾ ਈਅਰ। ਸੋ ਤੁਸੀਂ ਇਸੇ ਤਰੀਕੇ ਨਾਲ ਜਿਵੇਂ ਬੱਚੇ ਨੇ ਇੱਕ ਬਲੈਂਕ ਬਣਾਈ ਹੈ, ਤੁਸੀਂ MCQs ਬਣਾ ਸਕਦੇ ਹੋ, ਕ੍ਰੀਏਟੀਵਿਟੀ ਆਪਣੀ ਐਡ ਕਰ ਸਕਦੇ ਹੋ, MCQs ਬਣਾ ਸਕਦੇ ਹੋ, ਟਰੂ ਫੋਲਸ ਬਣਾ ਸਕਦੇ ਹੋ। ਹਰ ਵਾਰ ਸਿੱਧੇ ਕੁਐਸਚਨ ਪੁੱਛਣ ਦੀ ਬਜਾਏ ਤੁਸੀਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਕੁਐਸਚਨ ਪੁੱਛ ਸਕਦੇ ਹੋ। MCQs, ਬਲੈਂਕਸ, ਟਰੂ ਫੋਲਸ ਅਤੇ ਸ਼ੋਰਟ ਆਨਸਰ ਕੁਐਸਚਨ ਤਾਂ ਹੈ ਹੀ ਹੈ ਨਾ। ਇਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਤੋਂ ਕੁਐਸਚਨ ਪੁੱਛ ਕੇ ਆਪਣੀ ਫਾਈਨਲ ਰੀਕੈਪਚੁਲੇਸ਼ਨ ਕਰ ਸਕਦੇ ਹੋ। ਇਹਦਾ ਪਰਪਸ ਕੀ ਹੈ, ਅਸੀਂ ਇਹ ਚੈੱਕ ਕਰਦੇ ਹਾਂ ਕਿ ਕੀ ਬੱਚੇ ਨੂੰ ਟੋਪਿਕ ਪੂਰੀ ਤਰ੍ਹਾਂ ਸਮਝ ਆ ਗਿਆ ਜਾਂ ਨਹੀਂ। ਲਾਸਟ 'ਤੇ ਰਾਜੇ ਹੋਮਵਰਕ 'ਚ ਕੀ ਹੈ, ਮੋਸਟਲੀ ਬੱਚੇ ਕੀ ਕਰ ਦਿੰਦੇ ਆ, ਸਿੱਧਾ ਹੀ ਲਿਖ ਦਿੰਦੇ। ਜਿਵੇਂ ਇਹਦੇ 'ਚ ਕੀ ਲਿਖਿਆ, PT ਵਿਲ ਆਸਕ ਦਾ ਸਟੂਡੈਂਟਸ ਟੂ ਮੇਕ ਦੇਖੋ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੇ ਕਿਹਾ ਵਾ। ਅਦਰਵਾਈਜ਼ ਤੁਸੀਂ ਕੀ ਕਰ ਸਕਦੇ ਹੋ ਕਿ ਅਲੱਗ ਅਲੱਗ ਤਰੀਕਿਆਂ ਦੇ ਨਾਲ ਹੋਮਵਰਕ ਦੇ ਸਕਦੇ ਹੋ, ਨੋਟ ਡੇਲੀ, ਵਿੱਚ ਜਿਵੇਂ ਬੱਚੇ ਨੂੰ ਕੋਈ ਚਾਰਟ ਬਣਾਉਣ ਨੂੰ ਦੇ ਸਕਦੇ ਹੋ, ਕੋਈ PPT ਬਣਾਉਣ ਨੂੰ ਦੇ ਸਕਦੇ ਹੋ ਜੇਕਰ ਕਲਾਸ 5th ਹੈ ਤੁਹਾਡੇ ਕੋਲ। ਠੀਕ ਹੈ, ਕਿਉਂਕਿ ਪਹਿਲੀ ਦੂਜੀ ਕਲਾਸ ਦੇ ਬੱਚੇ ਨੂੰ ਨੌਲੇਜ ਨਹੀਂ ਹੁੰਦੀ ਕੰਪਿਊਟਰ 'ਤੇ PPT ਬਣਾਉਣ ਦੀ। ਅਤੇ ਬੱਚੇ ਨੂੰ ਚਾਰਟ ਦੇ ਤਾ, ਬੱਚੇ ਨੂੰ ਕੋਈ ਪ੍ਰੋਜੈਕਟ ਵਰਕ ਦੇ ਤਾ ਕਿ ਇਹ ਚੀਜ਼ਾਂ ਤੁਸੀਂ ਆਪਣੇ ਆਲੇ ਦੁਆਲੇ ਤੋਂ ਲੱਭ ਕੇ ਲਿਖ ਕੇ ਲੈ ਕੇ ਆਉਣੀਆਂ ਨੇ, ਜਾਂ ਇਸ ਚੀਜ਼ ਦੀਆਂ ਤਸਵੀਰਾਂ ਇਕੱਠੀਆਂ ਕਰਕੇ ਆਪਣੀ ਸਕ੍ਰੈਪ ਬੁੱਕ 'ਤੇ ਪੇਸਟ ਕਰਕੇ ਲਿਆਉਣੀਆਂ ਨੇ। ਠੀਕ ਹੈ, ਤਾਂ ਮੰਨ ਲਓ ਤੁਸੀਂ ਡੋਮੈਸਟਿਕ ਐਨੀਮਲ ਬਾਰੇ ਪੜ੍ਹਾਇਆ ਵਾ ਬੱਚਿਆਂ ਨੂੰ, ਤਾਂ ਤੁਸੀਂ ਬੱਚੇ ਨੂੰ ਇੱਕ ਪ੍ਰੋਜੈਕਟ ਵਰਕ ਦੇ ਸਕਦੇ ਹੋ ਕਿ ਕਲੈਕਟ ਦਾ ਪਿਕਚਰਸ ਜਾਂ ਫੋਟੋਗ੍ਰਾਫਸ ਆਫ all the domestic animals and paste them on your scrapbook from home। ਘਰ ਤੋਂ ਆਪਣੀ ਸਕ੍ਰੈਪ ਬੁੱਕ 'ਤੇ ਤਸਵੀਰਾਂ ਜਿਹੜੀਆਂ ਡੋਮੈਸਟਿਕ ਐਨੀਮਲ ਦੀਆਂ ਪੇਸਟ ਕਰਕੇ ਲੈ ਕੇ ਆਉਣੀਆਂ ਹੈ। ਇਹ ਰਾਜੇ ਹੋਮਵਰਕ ਹੈ। ਇਸੇ ਤਰ੍ਹਾਂ ਹੀ ਮੈਂ ਇੱਕ ਹੋਰ ਲੈਸਨ ਲਿਆ ਹੈ, ਐਪਲੀਕੇਸ਼ਨ ਜਿਹੜੀ ਹੈ ਉਹਦੇ 'ਚ ਵੀ ਸੇਮ ਚੀਜ਼ ਹੀ ਹੈ। ਬਾਕੀ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਜਰਨਲ 8। ਤਾਂ ਅਸੀਂ ਸਿੱਧੇ PK ਟੈਸਟਿੰਗ 'ਤੇ ਚੱਲਦੇ ਹਾਂ ਕਿ ਡੂ ਯੂ ਕਮ ਸਕੂਲ ਡੇਲੀ, ਤੁਸੀਂ ਡੇਲੀ ਸਕੂਲ ਆਉਂਦੇ ਹੋ। ਤਾਂ ਬੱਚੇ ਕੀ ਕਹਿਣਗੇ, ਯੈਸ। ਵੈਸੇ ਮੈਂ ਕੀ ਕਿਹਾ ਸੀ ਕਿ ਕੁਐਸਚਨ ਜਿਹੜਾ ਉਹ ਯੈਸ ਨੋ ਦੇ ਵਿੱਚ ਨਹੀਂ ਹੋਣਾ ਚਾਹੀਦਾ, ਬਟ ਕੁਛ ਰੇਅਰ ਸਿਚੁਏਸ਼ਨਸ ਹੁੰਦੀਆਂ ਨੇ ਜਿੱਥੇ ਕਈ ਵਾਰ ਸਾਨੂੰ ਯੈਸ ਨੋ ਦਾ ਕੁਐਸਚਨ ਪੁੱਛਣਾ ਪੈ ਸਕਦਾ ਹੈ। ਤੁਸੀਂ ਇਹਨੂੰ ਚੇਂਜ ਕਰ ਸਕਦੇ ਹੋ ਆਪਣੇ ਤਰੀਕੇ ਦੇ ਨਾਲ। ਮਤਲਬ ਅਸੀਂ ਯੈਸ ਜਾਂ ਨੋ ਦੇ ਵਿੱਚ ਕਿਉਂ ਨਹੀਂ ਕੁਐਸਚਨ ਪੁੱਛਣਾ ਚਾਹੁੰਦੇ, ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਕੁਐਸਚਨ ਉੱਥੇ ਹੀ ਖ਼ਤਮ ਹੋ ਜਾਂਦਾ ਹੈ, ਪਰ ਅਸੀਂ ਉਹ ਲੜੀ ਨੂੰ ਅੱਗੇ ਤੋਰਨਾ ਹੁੰਦਾ ਹੈ, ਉਹਦੇ ਨਾਲ ਮਿਲਦਾ ਜੁਲਦਾ ਇੱਕ ਹੋਰ ਕੁਐਸਚਨ ਪੁੱਛਣਾ ਹੁੰਦਾ, ਬੱਚੇ ਦੇ ਆਨਸਰ ਦੇ ਵਿੱਚੋਂ ਅਸੀਂ ਫਿਰ ਕੁਐਸਚਨ ਬਣਾਉਣਾ ਹੁੰਦਾ। ਸੋ ਦੈਟਸ ਵਾਈ। ਸੋ ਤੁਸੀਂ ਸਕੂਲ ਡੇਲੀ ਆਉਂਦੇ ਹੋ, ਹਾਂ ਉਹ ਕਹਿਣਗੇ ਹਾਂ ਅਸੀਂ ਸਕੂਲ ਡੇਲੀ ਆਉਂਦੇ ਹਾਂ। ਇਫ ਯੂ ਹੈਵ ਐਨ ਅਰਜੈਂਟ ਵਰਕ ਐਟ ਹੋਮ ਵਟ ਵਿਲ ਯੂ ਡੂ, ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਪੈ ਜਾਵੇ ਤਾਂ ਤੁਸੀਂ ਕੀ ਕਰੋਗੇ। ਅੰਡਰਸਟੂਡ। ਬੱਚੇ ਕੀ ਕਹਿਣਗੇ ਕਿ ਅਸੀਂ ਛੁੱਟੀ ਲੈ ਲਵਾਂਗੇ। ਹਾਊ ਵਿਲ ਯੂ ਗੈਟ ਲੀਵ, ਤੁਸੀਂ ਕਿਵੇਂ ਛੁੱਟੀ ਲਓਗੇ। ਅਤੇ ਫਿਰ ਬੱਚੇ ਦੱਸਣਗੇ ਕਿ ਇੱਕ ਐਪਲੀਕੇਸ਼ਨ ਲਿਖ ਕੇ ਜੀ। ਅਤੇ ਫਿਰ ਅਸੀਂ ਕਹਿਣਗੇ ਟੂ ਹੋਮ ਯੂ ਰਾਈਟ ਐਨ ਐਪਲੀਕੇਸ਼ਨ, ਤੁਸੀਂ ਕਿਸ ਨੂੰ ਐਪਲੀਕੇਸ਼ਨ ਲਿਖਦੇ ਹੋ। ਸੋ ਬੱਚੇ ਕੀ ਕਹਿਣਗੇ ਕਿ ਅਸੀਂ ਹੈਡਮਾਸਟਰ ਨੂੰ, ਪ੍ਰਿੰਸੀਪਲ ਨੂੰ ਐਪਲੀਕੇਸ਼ਨ ਜਿਹੜੀ ਲਿਖਦੇ ਹਾਂ। ਸੋ ਇਸ ਤਰੀਕੇ ਦੇ ਨਾਲ ਇਹਦੀ PK ਟੈਸਟਿੰਗ ਬਣ ਗਈ। ਦੈਨ ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਐਪਲੀਕੇਸ਼ਨ ਨੂੰ ਮਿਡਲ ਪਾਰਟ ਅਤੇ ਮੇਨ ਪਾਰਟ, ਮਿਡਲ ਪਾਰਟ ਅਤੇ ਲਾਸਟ ਪਾਰਟ ਦੇ ਹਿਸਾਬ ਨਾਲ ਲਿਖਣਾ, ਕਿ ਉਹ ਆਪਾਂ ਇੰਗਲਿਸ਼ 'ਤੇ
ਲੈਸਨ ਪਲਾਨ 'ਚ ਗੱਲ ਕਰਾਂਗੇ। ਮੈਂ ਸਿਰਫ 2 ਐਗਜ਼ਾਮਪਲਸ ਇਸ ਲਈ ਲੈ ਲਈਆਂ ਸੀ ਤੁਹਾਨੂੰ ਥੋੜ੍ਹਾ ਜਿਹਾ ਕਲੀਅਰ ਹੋ ਜੇ। ਜੇ ਆਪਾਂ ਇਹਨੂੰ ਵੀ ਐਕਸਪਲੇਨ ਕਰਨ ਲੱਗ ਗਏ ਤਾਂ ਵੀਡੀਓ ਲੰਬੀ ਹੋ ਜਾਏਗੀ, ਕਿਉਂਕਿ ਮੈਂ ਇੱਕ ਵਾਤਾਵਰਨ ਸਿੱਖਿਆ ਦੇ ਬਾਰੇ ਵੀ ਥੋੜ੍ਹਾ ਜਿਹਾ ਦੱਸਣਾ ਹੈ। ਤੋ ਸੇਮ ਲੈਸਨ ਜੋ ਅਸੀਂ ਅੰਗਰੇਜ਼ੀ ਦੇ ਵਿੱਚ ਕੀਤਾ ਸੀ, ਸੇਮ ਚੀਜ਼ ਰਾਜੇ ਪੰਜਾਬੀ 'ਚ ਹੈ ਕਿ ਉਹੀ PT ਰੋਲ ਨੰਬਰ ਹੈ, ਵਿਸ਼ਾ ਹੈ, ਉਪ ਵਿਸ਼ਾ ਹੈ। ਜਿਵੇਂ ਵਿਸ਼ਾ ਸਾਡਾ ਵਾਤਾਵਰਨ ਸਿੱਖਿਆ ਹੈ ਅਤੇ ਉਪ ਵਿਸ਼ਾ ਪੌਦੇ ਦੇ ਭਾਗ ਹੈ। ਉਹੀ ਕਲਾਸ ਅਤੇ ਫਿਰ ਉਹੀ ਜਿਹੜਾ ਸਮਾਂ ਆ ਗਿਆ। ਇਹਦੇ 'ਚ ਦੇਖੋ ਸਧਾਰਨ ਸਮੱਗਰੀ ਹੈ, ਜਿਹੜੀਆਂ ਚੀਜ਼ਾਂ ਸਾਨੂੰ ਜ਼ਰੂਰੀ ਚਾਹੀਦੀਆਂ ਹੀ ਹੁੰਦੀਆਂ ਨੇ, ਜਮਾਤ ਦਾ ਕਮਰਾ, ਬਲੈਕਬੋਰਡ, ਚੌਕ, ਡਸਟਰ ਆਦਿ। ਅਤੇ ਵਿਸ਼ੇਸ਼ ਸਮੱਗਰੀ ਅਸਲ ਪੌਦਾ ਅਤੇ ਤਸਵੀਰਾਂ। ਦੇਖੋ ਪੌਦੇ ਦੇ ਭਾਗ ਦੇ ਵਿੱਚ ਅਸੀਂ ਅਸਲ ਪੌਦਾ ਲਿਆ ਸਕਦੇ ਹਾਂ ਇੱਕ ਛੋਟਾ ਜਿਹਾ, ਅਤੇ ਉਹਨੂੰ ਅਸੀਂ ਕਲਾਸ ਦੇ ਵਿੱਚ ਬੱਚੇ ਨੂੰ ਦਿਖਾ ਸਕਦੇ ਹਾਂ ਰੀਅਲ ਪੌਦੇ ਤੋਂ ਕਿ ਇਹਦੀਆਂ ਰੂਟਸ ਕਿੱਥੇ ਨੇ, ਇਹਦੇ ਫਲੋਰ ਕਿੱਥੇ ਨੇ, ਇਹਦੇ ਲੀਵਸ ਕਿੱਥੇ ਨੇ। ਠੀਕ ਹੈ। ਸੋ ਦੇਖੋ ਸੁਧਾਰਨ ਉਦੇਸ਼ ਕਹਿੰਦੇ ਵਿਦਿਆਰਥੀਆਂ ਦਾ ਮਨੋਬਲ ਵਧਾਉਣਾ। ਇਹ ਕਿਸੇ ਵੀ ਸਬਜੈਕਟ 'ਚ ਅਸੀਂ ਲਿਖ ਸਕਦੇ। ਮਨੋਬਲ ਦੀ ਵਿਦਿਆਰਥੀਆਂ ਨੂੰ ਲੋੜ ਹੁੰਦੀ ਹੈ। ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ, ਇਹ ਵੀ ਤੁਸੀਂ ਕਿਸੇ ਵੀ ਸਬਜੈਕਟ 'ਚ ਲਿਖ ਸਕਦੇ ਹੋ। ਵਿਦਿਆਰਥੀ ਦੀ ਰੁਚੀ ਵਿਗਿਆਨ ਵਿੱਚ ਪੈਦਾ ਕਰਨਾ ਜਾਂ ਵਾਤਾਵਰਨ ਵਿੱਚ ਪੈਦਾ ਕਰਨਾ। ਇੱਥੇ ਆ ਕੇ ਤੁਸੀਂ ਕੀ ਕਰਨਾ ਹੈ, ਜੇਕਰ ਤੁਸੀਂ ਇੰਗਲਿਸ਼ ਦਾ ਲੈਸਨ ਲਿਖ ਰਹੇ ਹੋ ਤਾਂ ਤੁਸੀਂ ਕੀ ਕਹੋਗੇ ਕਿ ਟੂ ਡਿਵੈਲਪ ਸਟੂਡੈਂਟਸ ਇੰਟਰਸਟ ਇਨ ਇੰਗਲਿਸ਼। ਜੇਕਰ ਤੁਸੀਂ ਪੰਜਾਬੀ ਦੀ ਗੱਲ ਕਰਿਓ ਕਿ ਵਿਦਿਆਰਥੀਆਂ ਦੀ ਰੁਚੀ ਪੰਜਾਬੀ ਵਿਸ਼ੇ ਵਿੱਚ ਪੈਦਾ ਕਰਨਾ। ਜੇਕਰ ਤੁਸੀਂ ਮੈਥ ਦਾ ਲੈਸਨ ਪਲਾਨ ਬਣਾ ਰਹੇ ਹੋ ਤਾਂ ਫਿਰ ਕੀ ਲਿਖੋਗੇ, ਵਿਦਿਆਰਥੀਆਂ ਦੀ ਰੁਚੀ ਗਣਿਤ ਵਿੱਚ ਪੈਦਾ ਕਰਨਾ, ਗਣਿਤ ਵਿਸ਼ੇ ਵਿੱਚ ਪੈਦਾ ਕਰਨਾ। ਠੀਕ ਹੈ। ਤਾਂ ਵਿਸ਼ੇਸ਼ ਉਦੇਸ਼ ਵਿਦਿਆਰਥੀਆਂ ਨੂੰ ਪੌਦੇ ਦੇ ਭਾਗ ਬਾਰੇ ਵਿਸਥਾਰ ਪੂਰਵਕ ਦੱਸਣਾ। ਤਾਂ ਤੁਸੀਂ ਦੂਜੀ ਲਾਈਨ ਵੀ ਲਿਖ ਸਕਦੇ ਹੋ ਜਿਹੜੀ ਮੈਂ ਤੁਹਾਨੂੰ ਪਹਿਲਾਂ ਸਮਝਾਈ ਸੀ ਕਿ ਬੱਚੇ ਪੌਦਿਆਂ ਦੇ ਵੱਖ-ਵੱਖ ਭਾਗਾਂ ਬਾਰੇ ਜਾਣਨ ਦੇ ਯੋਗ ਹੋ ਜਾਣਗੇ। ਇਹ ਜ਼ਰੂਰ ਲਾਈਨ ਲਿਖ ਦਿਆ ਕਰੋ। ਵਿਗਿਆਨ ਦੀ ਪੂਰਵ ਵਿਗਿਆਨ ਦੀ ਪਰਖ ਹੈ ਜਿਹੜੀ, ਦੇਖੋ ਇਹਦੇ 'ਚ ਬੱਚੇ ਨੇ ਟੋਪਿਕ ਦਾ ਨਾਂ ਨਹੀਂ ਦੱਸਿਆ ਕਿ ਅਸੀਂ ਫੁੱਲਾਂ ਦੇ ਪੌਦੇ ਦੇ ਭਾਗ ਦੀ ਗੱਲ ਕਰਨ ਲੱਗੇ ਹਾਂ। ਉਹਨੇ ਕੀ ਪੁੱਛਿਆ ਕਿ ਸਾਨੂੰ ਫਲ ਕਿੱਥੋਂ ਪ੍ਰਾਪਤ ਹੁੰਦੇ ਹਨ। ਕੀ ਕਹਿਣਗੇ ਬੱਚੇ, ਸਾਨੂੰ ਰੁੱਖਾਂ ਤੋਂ, ਪੌਦਿਆਂ ਤੋਂ ਫਲ ਪ੍ਰਾਪਤ ਹੁੰਦੇ ਆ। ਸਾਨੂੰ ਫੁੱਲ ਕਿੱਥੋਂ ਪ੍ਰਾਪਤ ਹੁੰਦੇ ਆ। ਤਾਂ ਆਨਸਰ ਵਿਲ ਵੀ ਸੇਮ ਕਿ ਸਾਨੂੰ ਜੀ ਪਲਾਂਟਸ ਤੋਂ ਜਾਂ ਫਿਰ ਟਰੀਜ਼ ਤੋਂ ਜਿਹੜੇ ਆ ਫੁੱਲ ਅਤੇ ਫਲ ਜਿਹੜੇ ਮਿਲਦੇ ਆ। ਪੌਦਿਆਂ ਦੇ ਹੋਰ ਕਿਹੜੇ ਕਿਹੜੇ ਭਾਗ ਹੁੰਦੇ ਹਨ। ਠੀਕ ਹੈ। ਤਾਂ ਬੱਚੇ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਤਣਾ ਹੁੰਦਾ, ਜੜ੍ਹ ਹੁੰਦਾ, ਜਿੰਨਾ ਕੁ ਉਹਨਾਂ ਨੂੰ ਪਤਾ ਹੋਵੇਗਾ। ਪੌਦਿਆਂ ਦਾ ਜੋ ਭਾਗ ਜ਼ਮੀਨ ਦੇ ਵਿੱਚ ਹੁੰਦਾ ਉਸਨੂੰ ਕੀ ਕਹਿੰਦੇ ਹਨ। ਤਾਂ ਬੱਚੇ ਕੀ ਕਹਿਣਗੇ, ਜੜ੍ਹਾਂ, ਜੇਕਰ ਉਹਨਾਂ ਨੂੰ ਪਤਾ ਹੋਊਗਾ। ਤਾਂ ਫਿਰ ਇੱਥੇ ਤੁਸੀਂ ਪੌਦਿਆਂ ਦੇ ਤੁਸੀਂ ਇੱਕ ਹੋਰ ਕੁਐਸਚਨ ਪੁੱਛ ਸਕਦੇ ਸੀ, ਕਨਕਲੂਡਿੰਗ ਕੁਐਸਚਨ, ਕਿ ਤੁਸੀਂ ਪੌਦਿਆਂ ਦੇ ਕਿਹੜੇ ਕਿਹੜੇ ਭਾਗਾਂ ਤੋਂ ਜਾਣੂ ਹੋ। ਠੀਕ ਹੈ। ਕਿਉਂਕਿ ਜਿੰਨਾ ਕੁ ਉਹਨਾਂ ਨੂੰ ਪਤਾ ਹੈ ਠੀਕ ਹੈ, ਬਾਕੀ ਅਸੀਂ ਅੱਜ ਦੱਸਣੇ ਆ। ਅਤੇ ਫਿਰ ਉਪ ਵਿਸ਼ੇ ਦੀ ਘੋਸ਼ਣਾ ਵਿਦਿਆਰਥੀ ਅਧਿਆਪਕ ਬੱਚਿਆਂ ਨੂੰ ਪੌਦੇ ਦੇ ਭਾਗਾਂ ਬਾਰੇ ਪੜ੍ਹਾਉਣ ਬਾਰੇ ਕਹੇਗੀ। ਦੇਖੋ ਜਿਹੜਾ ਇੱਥੇ ਬੜੀ ਸਿੰਪਲ ਲਾਈਨ ਲਿਖੀ ਹੋਈ ਆ ਬੱਚੇ ਨੇ, ਤੁਸੀਂ ਥੋੜ੍ਹਾ ਜਿਹਾ ਇਹਨੂੰ ਅਟਰੈਕਟਿਵ ਵੇ ਦੇ ਨਾਲ ਲਿਖਣਾ ਹੈ ਕਿ ਬੱਚਿਆਂ ਤੋਂ ਆਖਰੀ ਪ੍ਰਸ਼ਨ ਦਾ ਉੱਤਰ ਲੈਣ ਤੋਂ ਬਾਅਦ, ਜਾਂ ਬੱਚਿਆਂ ਤੋਂ ਆਖਰੀ ਪ੍ਰਸ਼ਨ ਪੁੱਛਣ ਤੋਂ ਬਾਅਦ, ਜਾਂ ਬੱਚਿਆਂ ਤੋਂ ਸੰਤੋਖਜਨਕ ਜਾਂ ਅਸੰਤੋਖਜਨਕ ਉੱਤਰ ਮਿਲਣ ਤੋਂ ਬਾਅਦ ਵਿਦਿਆਰਥੀ ਅਧਿਆਪਕਾ ਇਹ ਕਹਿੰਦੀ ਹੋਈ ਉਪ ਵਿਸ਼ੇ ਦੀ ਘੋਸ਼ਣਾ ਕਰੇਗੀ ਕਿ ਬੱਚਿਓ ਅੱਜ ਅਸੀਂ ਪੌਦੇ ਦੇ ਭਾਗਾਂ ਬਾਰੇ ਪੜ੍ਹਾਂਗੇ। ਸੋ ਪ੍ਰਸਤੁਤੀਕਰਨ ਦੇ ਵਿੱਚ ਉਹੀ ਜੋ ਮੈਂ ਦੱਸਿਆ ਸੀ ਕਿ ਵਿਦਿਆਰਥੀ ਅਧਿਆਪਕਾ ਬੱਚਿਆਂ ਨੂੰ ਵਿਆਖਿਆ ਵਿਧੀ ਰਾਹੀਂ ਪੜ੍ਹਾਏਗੀ। ਵਿਆਖਿਆ ਵਿਧੀ ਹੁੰਦੀ ਹੈ ਐਕਸਪਲੇਨੇਸ਼ਨ ਮੈਥਡ। ਸੋ ਉਹੀ ਹੈ ਕਿ ਵਿਸ਼ਾ ਵਸਤੂ ਤੁਸੀਂ ਬੁੱਕ 'ਚੋਂ ਦੇਖ ਕੇ ਲਿਖਣਾ ਹੈ। ਵਿਦਿਆਰਥੀ ਅਧਿਆਪਕ ਕਿਰਿਆ ਹੈ ਕਿ ਜੋ ਅਸੀਂ ਲਿਖਿਆ ਅਕੋਰਡਿੰਗਲੀ ਫਿਰ ਵਿਦਿਆਰਥੀ ਅਧਿਆਪਕਾ ਕਿਰਿਆ ਕਰ ਰਹੀ ਹੈ। ਵਿਦਿਆਰਥੀ ਅਧਿਆਪਕਾ ਬੱਚਿਆਂ ਨੂੰ ਪੌਦੇ ਦੇ 5 ਭਾਗਾਂ ਬਾਰੇ ਵਿਸਥਾਰ ਨਾਲ ਦੱਸੇਗੀ। ਸਿਰਫ ਅਸੀਂ ਉਹਨੇ ਬਰੀਫ ਦੇ ਵਿੱਚ ਵੀ ਦੱਸਿਆ ਹੈ ਕਿ 5 ਭਾਗ ਹੁੰਦੇ ਨੇ, ਬੱਚੇ ਧਿਆਨ ਨਾਲ ਸੁਣਨਗੇ। ਵਿਦਿਆਰਥੀ ਅਧਿਆਪਕਾ ਜੜ੍ਹਾਂ, ਤਣਾਂ ਅਤੇ ਪੱਤਿਆਂ ਬਾਰੇ ਬੱਚਿਆਂ ਨੂੰ ਸਮਝਾਏਗੀ। ਬੈਟਰ ਸੀ ਵੀ ਇੱਥੇ ਇੱਕ ਇੱਕ ਚੀਜ਼ ਬਾਰੇ ਦੱਸਿਆ ਜਾਂਦਾ ਕਿ ਵਿਦਿਆਰਥੀ ਅਧਿਆਪਕਾ ਅਸਲ ਪੌਦਾ ਦਿਖਾਉਂਦੀ ਹੋਈ ਪੌਦੇ ਦੇ ਤਣੇ ਬਾਰੇ ਦੱਸੇਗੀ। ਜਾਂ ਫਿਰ ਵਿਦਿਆਰਥੀ ਅਧਿਆਪਕਾ ਕੁਝ ਬੱਚਿਆਂ ਨੂੰ ਅੱਗੇ ਬੁਲਾ ਕੇ ਪੌਦੇ ਦੇ ਪੱਤਿਆਂ ਨੂੰ ਲੱਭਣ ਬਾਰੇ ਕਹੇਗੀ। ਥੋੜ੍ਹੀ ਜਿਹੀ ਐਕਟੀਵਿਟੀ ਵੀ ਹੋ ਜਾਏਗੀ, ਬੱਚੇ ਇਨਵੋਲਵ ਹੋ ਜਾਣਗੇ। ਇੱਥੇ ਬੜਾ ਸਿੱਧਾ ਜਿਹਾ ਸਿੰਪਲ ਜਿਹਾ ਲਿਖਿਆ ਹੋਇਆ ਹੈ। ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਮੋਡੀਫਾਈ ਕਰਕੇ ਲੈਸਨ ਨੂੰ ਹੋਰ ਜ਼ਿਆਦਾ ਅਟਰੈਕਟਿਵ ਬਣਾ ਸਕਦੇ ਹੋ ਕਿ ਜਿੱਥੇ ਜਿੱਥੇ ਬੱਚੇ ਇਨਵੋਲਵ ਹੁੰਦੇ ਨੇ, ਕੋਈ ਐਕਟੀਵਿਟੀ ਹੁੰਦੀ ਹੈ, ਓਨਾ ਹੀ ਲੈਸਨ ਵੀ ਜਿਹੜਾ ਤੁਹਾਡਾ ਅਟਰੈਕਟਿਵ ਅਤੇ ਬਿਲਕੁਲ ਠੀਕ ਬਣਦਾ ਹੈ। ਸੋ ਬਾਕੀ ਤੁਹਾਨੂੰ ਦੱਸਿਆ ਹੀ ਆ ਕਿ ਪਿਕਚਰ ਲਾਉਣੀਆਂ ਨੇ ਅਤੇ ਲਾਸਟ 'ਤੇ ਉਸੇ ਨਾਲ ਮਿਲਦਾ ਜੁਲਦਾ ਕੁਐਸਚਨ ਪੁੱਛਣਾ ਹੈ। ਜੇ ਜੜ੍ਹਾਂ ਬਾਰੇ ਦੱਸਿਆ ਹੈ ਤਾਂ ਜੜ੍ਹਾਂ ਦਾ ਕੁਐਸਚਨ ਪੁੱਛਿਆ ਗਿਆ ਹੈ। ਤਣੇ ਬਾਰੇ ਪੁੱਛਿਆ ਹੈ ਤਾਂ ਤਣੇ ਦਾ ਕੁਐਸਚਨ ਪੁੱਛਿਆ ਗਿਆ ਹੈ। ਅਤੇ ਜਿਹੜੀ
ਫਿਰ ਅੰਤਮ ਦੁਹਰਾਈ ਅਤੇ ਘਰ ਦਾ ਕੰਮ ਉਹੀ ਹੈ। ਆ ਦੇਖੋ ਜਿਵੇਂ ਇੱਥੇ ਕੰਮ ਦਿੱਤਾ ਬੱਚੇ ਨੂੰ ਕਿ ਪੀਟੀ ਵਿਦਿਆਰਥੀਆਂ ਨੂੰ ਘਰ ਤੋਂ ਇੱਕ ਪੌਦੇ ਦੇ ਵੱਖ-ਵੱਖ ਭਾਗਾਂ ਨੂੰ ਦਰਸਾਉਂਦਾ ਇੱਕ ਸੁੰਦਰ ਚਾਰਟ ਬਣਾ ਕੇ ਲਿਆਉਣ ਲਈ ਕਹੇਗੀ। ਇਸ ਵਿੱਚ ਇੱਕ ਜਨਰਲ ਜੀ ਗੱਲ ਕਿ ਲੈਸਨ ਪਲਾਨ ਕੀ ਹੁੰਦਾ ਹੈ, ਕਿਵੇਂ ਬਣਾਇਆ ਜਾਂਦਾ ਹੈ, ਕਿਸ ਤਰ੍ਹਾਂ ਨਾਲ ਬਣਾਇਆ ਜਾਂਦਾ ਹੈ, ਤਾਂ ਤੁਸੀਂ ਇਸੇ ਪੈਟਰਨ ਨੂੰ ਫੋਲੋ ਕਰਨਾ ਹੈ। ਜੇਕਰ ਤੁਸੀਂ ਕੋਈ ਹੋਰ ਪੈਟਰਨ ਫੋਲੋ ਕਰਦੇ ਹੋ, ਨੈੱਟ ਤੋਂ ਕੋਈ ਪੈਟਰਨ ਲੈਂਦੇ ਹੋ, ਤਾਂ ਦੈਟ ਵਿਲ ਨੋਟ ਬੀ ਐਕਸੈਪਟਡ ਐਟ ਆਲ। ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦਿੰਦਾ ਹੈ ਕਿ ਉਹ ਲੈਸਨ ਪਲਾਨ ਜਿਹੜਾ ਐਕਸੈਪਟ ਨਹੀਂ ਕੀਤਾ ਜਾਏਗਾ। ਸੋ ਕਿਸੇ ਨੂੰ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਆਪਾਂ ਮਿਲਾਂਗੇ ਇਹੋ ਜਿਹੀਆਂ ਹੀ ਹੋਰ ਵੀਡੀਓਜ਼ ਦੇ ਨਾਲ, ਅਤੇ ਤੁਸੀਂ ਦੇਖਦੇ ਰਹੋ ਦਲਜੀਤ ਐਜੂਕੇਸ਼ਨ ਵਰਲਡ। ਥੈਂਕ ਯੂ ਜੀ।